ਪਿਆਰੇ ਬੱਚਿਓ, ਆਓ ਕੰਨਾ ਮਾਤਰਾ ਨਾਲ ਬਣਨ ਵਾਲੇ ਸ਼ਬਦਾਂ ਨੂੰ ਪੜ੍ਹਨ ਦਾ ਅਭਿਆਸ ਕਰੀਏ। ਦੇਖੋ ਬੱਚੋ, ਕੀ ਲਿਖਿਆ ਹੋਇਆ ਹੈ? ਰਾਰਾ। ਵੈਰੀ ਗੁੱਡ। ਇਹਨੂੰ ਆਵਾਜ਼ ਨਾਲ ਪੜੋ ਬੇਟੇ। ਰ। ਇਹ ਕੀ ਹੈ? ਕੰਨਾ। ਬੇਟੇ, ਕੰਨੇ ਦੀ ਆਵਾਜ਼ ਆ ਹੁੰਦੀ ਹੈ। ਹੁਣ ਇਹ ਦੋਨੋਂ ਜੁੜ ਕੇ ਕੀ ਬਣ ਗਿਆ? ਰਾਰੇ ਕੰਨਾ। ਬੇਟੇ, ਇਸ ਤਰ੍ਹਾਂ ਨਹੀਂ ਬੋਲਣਾ, ਕੰਨਾ ਨਹੀਂ ਕਹਿਣਾ। ਅਸੀਂ ਇਹਦੀ ਆਵਾਜ਼ ਨੂੰ ਅੱਖਰ ਦੀ ਆਵਾਜ਼ ਨਾਲ ਮਿਲਾ ਕੇ ਬੋਲਣਾ ਹੈ। ਆਓ ਪੜ੍ਹਦੇ ਹਾਂ। ਰਾ ਮ ਰਾਮ। ਦਾਲ ਦਾਲ। ਥਾਲ ਥਾਲ। ਸਾਗ ਸਾਗ। ਬਾਗ ਬਾਗ। ਰਾਤ ਰਾਤ। ਦੇਖੋ ਬੱਚੋ, ਹੁਣ ਇਹ ਦੋਨੋਂ ਅੱਖਰਾਂ ਨੂੰ ਕੰਨੇ ਦੀ ਮਾਤਰਾ ਲੱਗੀ ਹੋਈ ਹੈ। ਆਓ ਦੇਖੀਏ ਇਸ ਨੂੰ ਕਿਵੇਂ ਪੜ੍ਹਨਾ ਹੈ। ਕਾ ਕਾ ਕਾਕਾ ਕਾਕਾ ਆਜਾ। ਤਾਲਾ 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 ਲਗਾ। ਮਾਂ ਮਾਮਾ ਤੁਹਾਡੀ ਮੰਮੀ ਜੀ ਦਾ ਭਰਾ। ਨਾ ਨਾਨਾ ਤੁਹਾਡੇ ਮੰਮੀ ਜੀ ਦੇ ਪਿਤਾ ਜੀ। ਚਾਚਾ ਤੁਹਾਡੇ ਪਿਤਾ ਜੀ ਦੇ ਭਰਾ। ਦਾਦਾ ਤੁਹਾਡੇ ਪਿਤਾ ਜੀ ਦੇ ਪਿਤਾ ਜੀ। ਆਓ ਹੁਣ ਲਿਖਣ ਦਾ ਅਭਿਆਸ ਕਰੀਏ। ਰਾਮ ਰਾਮ। ਦਾਲ ਦਾਲ। ਥਾਲ ਥਾਲ। ਸਾਗ ਸਾਗ। ਬਾਗ ਬਾਗ। ਰਾਤ ਰਾਤ। ਕਾਕਾ ਕਾਕਾ। ਤਾਲਾ ਤਾਲਾ। ਮਾਮਾ। ਬੱਚੋ, ਹੁਣ ਤੁਹਾਡੇ ਘਰ ਦਾ ਕੰਮ ਹੈ ਪੰਨਾ ਨੰਬਰ 78 ਤੇ ਕੰਨਾ ਮਾਤਰਾ ਵਾਲੇ ਸ਼ਬਦਾਂ ਨੂੰ ਪੜ੍ਹਨਾ ਅਤੇ ਲਿਖਣਾ ਹੈ। ਧੰਨਵਾਦ। ਪਿਆਰੇ ਬੱਚਿਓ, ਅੱਜ ਆਪਾਂ ਸੰਖਿਆ ਪੱਟੀ ਦੀ ਮਦਦ ਨਾਲ ਸੰਖਿਆਵਾਂ ਦੀ ਤੁਲਨਾ ਕਰਨੀ ਸਿੱਖਾਂਗੇ। ਪਿਆਰੇ ਬੱਚਿਓ, ਸੰਖਿਆ ਪੱਟੀ ਨੂੰ ਦੇਖੋ। 1 ਤੋਂ ਵੱਡੀ ਸੰਖਿਆ ਹੈ 2, 2 ਤੋਂ ਵੱਡੀ 3, 3 ਤੋਂ ਵੱਡੀ ਸੰਖਿਆ ਹੈ 4, 4 ਤੋਂ ਵੱਡੀ 5। ਪਿਆਰੇ ਬੱਚਿਓ, ਜਦੋਂ ਆਪਾਂ 1 ਤੋਂ ਗਿਣਤੀ ਗਿਣਦੇ ਹੋਏ ਅੱਗੇ ਵੱਲ ਨੂੰ ਜਾਂਦੇ ਹਾਂ ਤਾਂ ਸੰਖਿਆਵਾਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ। ਜਿਵੇਂ ਇਸ ਸੰਖਿਆ ਪੱਟੀ ਵਿੱਚ 20 ਸਭ ਤੋਂ ਵੱਡੀ ਸੰਖਿਆ ਹੈ। ਪਿਆਰੇ ਬੱਚਿਓ, ਸੰਖਿਆ ਪੱਟੀ ਨੂੰ ਧਿਆਨ ਨਾਲ ਦੇਖੋ। 20 ਤੋਂ ਛੋਟੀ ਸੰਖਿਆ ਹੈ 19, 19 ਤੋਂ ਛੋਟੀ 18, 18 ਤੋਂ ਛੋਟੀ ਸੰਖਿਆ ਹੈ 17, 17 ਤੋਂ ਛੋਟੀ 16। ਬੱਚਿਓ, ਜਦੋਂ ਆਪਾਂ 20 ਤੋਂ ਪੁੱਠੀ ਗਿਣਤੀ ਗਿਣਦੇ ਹੋਏ ਪਿੱਛੇ ਵੱਲ ਨੂੰ ਜਾਵਾਂਗੇ ਤਾਂ ਸੰਖਿਆਵਾਂ ਛੋਟੀਆਂ ਹੁੰਦੀਆਂ ਜਾਣਗੀਆਂ। ਜਿਵੇਂ ਇਸ ਸੰਖਿਆ ਪੱਟੀ ਵਿੱਚ 1 ਸਭ ਤੋਂ ਛੋਟੀ ਸੰਖਿਆ ਹੈ। ਪਿਆਰੇ ਬੱਚਿਓ, ਆਓ ਹੁਣ ਆਪਾਂ ਸੰਖਿਆ ਪੱਟੀ ਦੀ ਮਦਦ ਨਾਲ ਛੋਟੀ ਸੰਖਿਆ ਦੇ ਚੱਕਰ ਲਗਾਉਂਦੇ ਹਾਂ। ਇੱਥੇ ਆਪਾਂ ਨੂੰ 2 ਸੰਖਿਆਵਾਂ ਦਿੱਤੀਆਂ ਗਈਆਂ ਹਨ, ਸੰਖਿਆ 13, ਸੰਖਿਆ 17।
ਇਹਨਾਂ ਦੋਨਾਂ ਵਿੱਚੋਂ ਕਿਹੜੀ ਸੰਖਿਆ ਛੋਟੀ ਹੈ? ਸੰਖਿਆ ਪੱਟੀ ਨੂੰ ਧਿਆਨ ਨਾਲ ਦੇਖੋ। ਸੰਖਿਆ 13 ਸੰਖਿਆ 17 ਤੋਂ ਪਹਿਲਾਂ ਆ ਰਹੀ ਹੈ, ਇਸ ਲਈ ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ ਸੰਖਿਆ 13 ਛੋਟੀ ਹੈ, ਤਾਂ ਆਪਾਂ ਸੰਖਿਆ 13 ਤੇ ਚੱਕਰ ਲਗਾਵਾਂਗੇ। ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ ਇੱਕ ਸੰਖਿਆ 16 ਦਿੱਤੀ ਗਈ ਹੈ ਅਤੇ ਇੱਕ ਸੰਖਿਆ 8 ਦਿੱਤੀ ਗਈ ਹੈ। ਬੱਚਿਓ, ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਛੋਟੀ ਹੈ? ਸੰਖਿਆ ਪੱਟੀ ਨੂੰ ਧਿਆਨ ਨਾਲ ਦੇਖੋ। ਸੰਖਿਆ 8 ਸੰਖਿਆ 16 ਤੋਂ ਪਹਿਲਾਂ ਆ ਰਹੀ ਹੈ, ਇਸ ਲਈ ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ ਸੰਖਿਆ 8 ਛੋਟੀ ਹੈ। ਵੈਸੇ ਵੀ ਬੱਚਿਓ, ਸੰਖਿਆ 8 ਇੱਕ ਅੰਕੀ ਸੰਖਿਆ ਹੈ ਅਤੇ 16 ਦੋ ਅੰਕੀ ਸੰਖਿਆ ਹੈ। ਇੱਕ ਅੰਕੀ ਸੰਖਿਆ ਦੋ ਅੰਕੀ ਸੰਖਿਆ ਤੋਂ ਹਮੇਸ਼ਾ ਛੋਟੀ ਹੁੰਦੀ ਹੈ, ਤਾਂ ਆਪਾਂ ਸੰਖਿਆ 8 ਤੇ ਚੱਕਰ ਲਗਾਵਾਂਗੇ। ਆਓ ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ ਇੱਕ ਸੰਖਿਆ 14 ਦਿੱਤੀ ਗਈ ਹੈ ਅਤੇ ਇੱਕ ਸੰਖਿਆ 12 ਦਿੱਤੀ ਗਈ ਹੈ। ਬੱਚਿਓ, ਇਹਨਾਂ ਦੋਨਾਂ ਵਿੱਚੋਂ ਕਿਹੜੀ ਸੰਖਿਆ ਛੋਟੀ ਹੈ? ਸੰਖਿਆ ਪੱਟੀ ਨੂੰ ਧਿਆਨ ਨਾਲ ਦੇਖੋ। ਸੰਖਿਆ 12 ਸੰਖਿਆ 14 ਤੋਂ ਪਹਿਲਾਂ ਆ ਰਹੀ ਹੈ, ਇਸ ਲਈ ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ ਸੰਖਿਆ 12 ਛੋਟੀ ਸੰਖਿਆ ਹੈ, ਤਾਂ ਆਪਾਂ ਸੰਖਿਆ 12 ਤੇ ਚੱਕਰ ਲਗਾਵਾਂਗੇ। ਪਿਆਰੇ ਬੱਚਿਓ, ਆਓ ਹੁਣ ਆਪਾਂ ਸੰਖਿਆ ਪੱਟੀ ਦੀ ਮਦਦ ਨਾਲ ਸਭ ਤੋਂ ਛੋਟੀ ਸੰਖਿਆ ਤੇ ਚੱਕਰ ਲਗਾਉਂਦੇ ਹਾਂ। ਇੱਥੇ ਆਪਾਂ ਨੂੰ 3 ਸੰਖਿਆਵਾਂ ਦਿੱਤੀਆਂ ਗਈਆਂ ਹਨ। ਇਹਨਾਂ ਤਿੰਨਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਛੋਟੀ ਹੈ, ਆਪਾਂ ਚੱਕਰ ਲਗਾਉਣਾ ਹੈ। ਇੱਕ ਸੰਖਿਆ ਆਪਣੇ ਕੋਲ 18 ਹੈ, ਇੱਕ ਸੰਖਿਆ ਹੈ 14 ਅਤੇ ਇੱਕ ਸੰਖਿਆ ਹੈ 17। ਬੱਚਿਓ, ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਛੋਟੀ ਹੈ? ਸੰਖਿਆ ਪੱਟੀ ਨੂੰ ਧਿਆਨ ਨਾਲ ਦੇਖੋ। ਸੰਖਿਆ 14 ਇਹਨਾਂ ਦੋਨਾਂ ਸੰਖਿਆਵਾਂ ਤੋਂ ਪਹਿਲਾਂ ਆ ਰਹੀ ਹੈ, ਤਾਂ ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਸੰਖਿਆ 14 ਸਭ ਤੋਂ ਛੋਟੀ ਹੈ, ਤਾਂ ਆਪਾਂ ਸੰਖਿਆ 14 ਤੇ ਚੱਕਰ ਲਗਾਵਾਂਗੇ। ਆਓ ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ 3 ਸੰਖਿਆਵਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਛੋਟੀ ਹੈ? ਇੱਕ ਸੰਖਿਆ ਆਪਾਂ ਨੂੰ 5 ਦਿੱਤੀ ਗਈ ਹੈ, ਇੱਕ ਸੰਖਿਆ ਆਪਣੇ ਕੋਲ 10 ਹੈ ਤੇ ਇੱਕ ਸੰਖਿਆ ਹੈ 15। ਬੱਚਿਓ, ਧਿਆਨ ਨਾਲ ਦੇਖੋ, ਇਹਨਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਛੋਟੀ ਹੈ? ਸੰਖਿਆ ਪੱਟੀ ਨੂੰ ਦੇਖੋ। ਸੰਖਿਆ 5 ਇਹਨਾਂ ਦੋਨਾਂ ਸੰਖਿਆਵਾਂ ਤੋਂ ਪਹਿਲਾਂ ਆ ਰਹੀ ਹੈ। ਵੈਸੇ ਵੀ ਬੱਚਿਓ, ਸੰਖਿਆ 5 ਇੱਕ ਅੰਕੀ ਸੰਖਿਆ ਹੈ। ਇੱਕ ਅੰਕੀ ਸੰਖਿਆ ਦੋ ਅੰਕੀ ਸੰਖਿਆ ਤੋਂ ਹਮੇਸ਼ਾ ਛੋਟੀ ਹੁੰਦੀ ਹੈ, ਤਾਂ ਬੱਚਿਓ, ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਸੰਖਿਆ 5 ਸਭ ਤੋਂ ਛੋਟੀ ਹੈ, ਤਾਂ ਆਪਾਂ ਸੰਖਿਆ 5 ਤੇ ਚੱਕਰ ਲਗਾਵਾਂਗੇ। ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਣੇ ਕੋਲੇ ਇੱਕ ਸੰਖਿਆ 19 ਹੈ, ਇੱਕ ਸੰਖਿਆ ਆਪਣੇ ਕੋਲ 16 ਹੈ ਤੇ ਇੱਕ ਸੰਖਿਆ ਹੈ 11। ਬੱਚਿਓ, ਸੰਖਿਆ ਪੱਟੀ ਨੂੰ ਧਿਆਨ ਨਾਲ ਦੇਖੋ। ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਛੋਟੀ ਹੈ? ਬੱਚਿਓ, ਸੰਖਿਆ 11 ਇਹਨਾਂ ਦੋਨਾਂ ਸੰਖਿਆਵਾਂ ਤੋਂ ਪਹਿਲਾਂ ਆ ਰਹੀ ਹੈ, ਇਸ ਲਈ ਸੰਖਿਆ 11 ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਹੈ, ਤਾਂ ਆਪਾਂ ਸੰਖਿਆ 11 ਤੇ ਚੱਕਰ ਲਗਾਵਾਂਗੇ। ਪਿਆਰੇ ਬੱਚਿਓ, ਹੁਣ ਤੁਸੀਂ ਘਰ ਬੈਠ ਕੇ ਆਪਣੀ ਗਣਿਤ ਦੀ ਪੁਸਤਕ ਵਿੱਚੋਂ ਪੰਨਾ ਨੰਬਰ 60 ਤੋਂ ਇਹਨਾਂ ਸਾਰੇ ਸਵਾਲਾਂ ਨੂੰ ਆਪਣੀਆਂ ਕਾਪੀਆਂ ਉੱਤੇ ਜ਼ਰੂਰ ਹੱਲ ਕਰਨਾ ਹੈ। ਥੈਂਕ ਯੂ। Good morning, children. Children, in our today's class, we will learn to read and write. Q. Q, queen. So, let's start. Children, let us feel the shape of Q. Look here. It is a curve downwards and a curve upwards. Yes, and a slanting line at the bottom. Q.
we will make a curve downwards and a curve upwards. Yes. Then a slanting line at the bottom. Look, it is Q. Q, queen. For making Q, we will make a circle like this. Then with another string, we will just add a slanting line. Look, it is Q, queen. Q, quilt. And Q, Q. Children, we write Q in the first 3 lines of our notebook. Look here. We make a curve downwards up to the 3rd line and a curve upwards and then a slanting line at the bottom. It is Q. So now let us practice Q. So children, we will make a curve downward up to the 3rd line and a curve upward and a small slanting line at the bottom. Q. So children, we write Q in the first 3 lines. Look here. Make a curve downwards and a curve upwards and a small slanting line at the bottom. It is Q. Let us write once again. We will make a curve downwards and a curve upwards, touching the red line and the blue line, and then a slanting line at the bottom. It is Q. A curve downwards and a curve upwards with a small slanting line at the bottom. It is Q. Good. So now it's time for your homework. And your homework is you will practice writing a complete page for letter Q. Keep learning. Bye-bye. ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਸਵਾਗਤ ਜ਼ਿੰਦਗੀ ਵਿਸ਼ੇ ਤਹਿਤ ਅੱਜ ਅਸੀਂ ਜਮਾਤ ਪਹਿਲੀ ਪਾਠ ਨੰਬਰ 4 ਮੇਰਾ ਘਰ ਤੇ ਮੇਰਾ ਸਕੂਲ ਤਹਿਤ ਉਪ ਵਿਸ਼ਾ ਕੌਣ ਸੁਖੀ ਹੈ ਬਾਰੇ ਪੜ੍ਹਾਂਗੇ। ਮਨੁੱਖ ਆਪਣੇ ਬਣਾਏ ਹੋਏ ਘਰਾਂ ਵਿੱਚ ਰਹਿੰਦੇ ਹਨ ਅਤੇ ਸੁਖੀ ਅਤੇ ਸੁਰੱਖਿਅਤ ਰਹਿੰਦੇ ਹਨ। ਇਸੇ ਤਰ੍ਹਾਂ ਜੀਵ ਜੰਤੂ ਕੁਦਰਤੀ ਨਿਵਾਸਾਂ ਜਾਂ ਜੰਗਲਾਂ ਵਿੱਚ ਰਹਿੰਦੇ ਹਨ ਅਤੇ ਉੱਥੋਂ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ ਅਤੇ ਸੁਖੀ ਮਹਿਸੂਸ ਕਰਦੇ ਹਨ। ਇਸੇ ਤਰ੍ਹਾਂ ਪੰਛੀ ਦਰਖਤਾਂ ਉੱਪਰ ਆਲ੍ਹਣੇ ਬਣਾ ਕੇ ਰਹਿੰਦੇ ਹਨ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ। ਪਿਆਰੇ ਬੱਚਿਓ, ਆਓ ਆਪਾਂ ਇਸ ਉਪ ਵਿਸ਼ੇ ਤਹਿਤ ਮੌਖਿਕ ਪ੍ਰਸ਼ਨਾਂ ਦੇ ਉੱਤਰ ਲੱਭਦੇ ਹਾਂ। ਪਹਿਲਾ ਪ੍ਰਸ਼ਨ ਹੈ, ਅਸੀਂ ਕਿੱਥੇ ਰਹਿੰਦੇ ਹਾਂ? ਹਾਂਜੀ ਬੱਚਿਓ, ਬਿਲਕੁਲ ਸਹੀ, ਅਸੀਂ ਘਰਾਂ ਵਿੱਚ ਰਹਿੰਦੇ ਹਾਂ। ਘਰ ਜੋ ਸਾਨੂੰ ਗਰਮੀ, ਸਰਦੀ, ਮੀਂਹ, ਹਨੇਰੀ ਆਦਿ ਤੋਂ ਬਚਾਉਂਦੇ ਹਨ ਅਤੇ ਸਾਡੀ ਜਾਨ ਮਾਲ ਦੀ ਸੁਰੱਖਿਆ ਵੀ ਕਰਦੇ ਹਨ। ਸਾਡਾ ਦੂਜਾ ਪ੍ਰਸ਼ਨ ਹੈ, ਘਰ ਸਾਨੂੰ ਕਿਹੋ ਜਿਹਾ ਲੱਗਦਾ ਹੈ? ਹਾਂਜੀ ਬੱਚਿਓ, ਬਿਲਕੁਲ ਸਹੀ, ਘਰ ਸਾਨੂੰ ਬਹੁਤ ਪਿਆਰਾ ਲੱਗਦਾ ਹੈ। ਅਗਲਾ ਪ੍ਰਸ਼ਨ, ਮੰਮੀ ਪਾਪਾ ਕਿੱਥੇ ਰਹਿੰਦੇ ਹਨ? ਹਾਂਜੀ ਬੱਚਿਓ, ਬਿਲਕੁਲ ਸਹੀ, ਸਾਡੇ ਮੰਮੀ ਪਾਪਾ ਸਾਡੇ ਨਾਲ ਘਰ ਵਿੱਚ ਹੀ ਰਹਿੰਦੇ ਹਨ। ਅਗਲਾ ਪ੍ਰਸ਼ਨ, ਅਸੀਂ ਰੋਟੀ ਕਿੱਥੇ ਖਾਂਦੇ ਹਾਂ? ਹਾਂਜੀ ਬੱਚਿਓ, ਇਸ ਦਾ ਉੱਤਰ ਹੈ ਅਸੀਂ ਰੋਟੀ ਘਰ ਵਿੱਚ ਖਾਂਦੇ ਹਾਂ। ਅਗਲਾ ਪ੍ਰਸ਼ਨ, ਅਸੀਂ ਕਿੱਥੇ ਸੌਂਦੇ ਹਾਂ? ਹਾਂਜੀ ਪਿਆਰੇ ਬੱਚਿਓ, ਬਿਲਕੁਲ ਸਹੀ, ਅਸੀਂ ਆਪਣੇ ਘਰ ਵਿੱਚ ਸੌਂਦੇ ਹਾਂ।
ਅਸੀਂ ਕਿੱਥੇ ਰਹਿ ਕੇ ਵੱਡੇ ਹੁੰਦੇ ਹਾਂ? ਪਿਆਰੇ ਬੱਚਿਓ, ਇਸ ਦਾ ਉੱਤਰ ਹੈ ਅਸੀਂ ਘਰ ਵਿੱਚ ਰਹਿ ਕੇ ਵੱਡੇ ਹੁੰਦੇ ਹਾਂ। ਅਗਲਾ ਪ੍ਰਸ਼ਨ ਹੈ, ਪੰਛੀਆਂ ਦੇ ਘਰ ਨੂੰ ਕੀ ਕਹਿੰਦੇ ਹਨ? ਹਾਂਜੀ ਪਿਆਰੇ ਬੱਚਿਓ, ਬਿਲਕੁਲ ਸਹੀ, ਪੰਛੀਆਂ ਦੇ ਘਰ ਨੂੰ ਆਲਣਾ ਕਹਿੰਦੇ ਹਨ। ਅਗਲਾ ਪ੍ਰਸ਼ਨ, ਤੁਸੀਂ ਕਦੇ ਪੰਛੀਆਂ ਦਾ ਆਲਣਾ ਦੇਖਿਆ ਹੈ? ਹਾਂਜੀ ਬੱਚਿਓ, ਸ਼ਾਬਾਸ਼, ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੈ, ਇਹ ਆਲਣੇ ਦਰਖਤਾਂ ਉੱਪਰ ਬਣੇ ਹੁੰਦੇ ਹਨ ਅਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖੇ ਹਨ। ਪੰਛੀ ਆਲਣੇ ਵਿੱਚ ਕਿਉਂ ਰਹਿੰਦੇ ਹਨ? ਸ਼ਾਬਾਸ਼, ਪੰਛੀ ਆਪਣੇ ਆਲਣੇ ਵਿੱਚ ਸੁਖੀ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ, ਇਸ ਲਈ ਉਹ ਆਲਣੇ ਵਿੱਚ ਰਹਿੰਦੇ ਹਨ। ਪਿਆਰੇ ਬੱਚਿਓ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਅੱਜ ਦਾ ਵਿਸ਼ਾ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਵਾਰੀ ਹੈ ਘਰ ਦੇ ਕੰਮ ਦੀ। ਪਿਆਰੇ ਬੱਚਿਓ, ਤੁਸੀਂ ਘਰ ਦੇ ਕੰਮ ਵਿੱਚ ਇਹਨਾਂ ਮੌਖਿਕ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਜ਼ਬਾਨੀ ਯਾਦ ਕਰਨਾ ਹੈ। ਧੰਨਵਾਦ ਪਿਆਰੇ ਬੱਚਿਓ। ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਆਨਲਾਈਨ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੱਕ ਤੁਸੀਂ ਪਾਠ 1 ਕਵਿਤਾ ਮੇਰੀ ਮਾਂ ਚੰਗੀ ਤਰ੍ਹਾਂ ਪੜ੍ਹ ਚੁੱਕੇ ਹੋ। ਅੱਜ ਅਸੀਂ ਪੰਨਾ ਨੰਬਰ 38 ਦਿੱਤਾ ਅਭਿਆਸ ਪ੍ਰਸ਼ਨ 1 ਕਰਾਂਗੇ। पाठ अभ्यास प्रश्न नंबर 1 मौखिक प्रश्न। हाँ जी बच्चों, पहला प्रश्न है ਤੁਹਾਡੇ माता जी ਦਾ ਕੀ ਨਾਂ है। हाँ जी बच्चों, ਤੁਸੀਂ ਆਪਣੇ माता जी ਦਾ ਨਾਂ ਦੱਸਣਾ है। ਜਿਵੇਂ ਮੇਰੇ माता जी ਦਾ ਨਾਂ श्रीमती अमृत कौर है। हाँ जी बच्चों, ਹੁਣ ਤੁਸੀਂ ਦੱਸੋ। मैडम जी, मेरे माता जी का नाम श्रीमती रजिंदर कौर है। शाबाश बच्चों। अगला प्रश्न है ਤੁਹਾਡੇ ਮਾਤਾ ਜੀ ਤੁਹਾਡੇ ਲਈ ਕੀ ਕਰਦੇ ਹਨ। ਬੱਚਿਓ, ਤੁਸੀਂ ਇਸ ਨੂੰ ਕਵਿਤਾ ਵਿੱਚ ਵੀ ਪੜ੍ਹਿਆ ਹੋਵੇਗਾ। ਮੇਰੇ ਮਾਤਾ ਜੀ ਮੈਨੂੰ ਲਾਡ ਲਡਾਉਂਦੇ ਹਨ, ਕੁੱਛੜ ਚੁੱਕ ਚੁੱਕ ਖੂਬ ਖਿਡਾਉਂਦੇ ਹਨ, ਲੋਰੀਆਂ ਨਾਲ ਮੈਨੂੰ ਸੁਆਉਂਦੇ ਹਨ, ਗਾ ਗਾ ਗੀਤ ਮੈਨੂੰ ਜਗਾਉਂਦੇ ਹਨ। अगला प्रश्न है कुछड़ चुक चुक कौन खिडाउंदी है। मैडम जी, कुछड़ चुक चुक माँ खूब खिडाउंदी है। शाबाश बच्चों। हाँ जी बच्चों, अगला प्रश्न की है माँ केड़ियां गल्लां दसदी है। हाँ जी बच्चों, इसका की उत्तर आएगा। माँ चंगियां गल्लां दसदी है। शाबाश बच्चों। आओ बच्चों एक बार दोहराई कर लइए। ਹੁਣ ਵਾਰੀ ਹੈ ਘਰ ਦੇ ਕੰਮ ਦੀ। ਘਰ ਦੇ ਕੰਮ ਵਿੱਚ ਬੱਚੋ ਤੁਸੀਂ ਅੱਜ ਦੇ ਕਰਾਏ ਗਏ ਅਭਿਆਸ ਪ੍ਰਸ਼ਨ ਨੂੰ ਸੋਹਣੀ ਲਿਖਾਈ ਵਿੱਚ ਆਪਣੀ ਕਾਪੀਆਂ ਤੇ ਲਿਖਣਾ ਹੈ ਤੇ ਯਾਦ ਵੀ ਕਰਨਾ ਹੈ। ਧੰਨਵਾਦ ਪਿਆਰੇ ਬੱਚੋ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਸਿੱਖਾਂਗੇ ਕਰੰਸੀ ਨੋਟਾਂ ਦੀ ਵਰਤੋਂ ਦੇ ਨਾਲ ਇਕਾਈਆਂ ਨੂੰ ਦਹਾਈਆਂ ਵਿੱਚ ਅਤੇ ਦਹਾਈਆਂ ਨੂੰ ਸੈਂਕੜਿਆਂ ਵਿੱਚ ਬਦਲਣਾ।
आओ शुरू करिए। ਬੱਚਿਓ ਇਹ 1-1 ਰੁਪਏ ਦੇ ਕੁਝ ਨੋਟ ਹਨ। ਆਓ ਦੇਖੀਏ ਇਹ ਕਿੰਨੇ ਹਨ। 1 2 3 4 5 6 7 ਇਹ ਕੁੱਲ ਰੁਪਏ ਹਨ 7। ਇਹਨਾਂ 7 ਰੁਪਈਆਂ ਦੇ ਵਿੱਚ 1 ਰੁਪਈਆ ਹੋਰ ਮਿਲਾਇਆ ਤਾਂ ਹੋ ਗਏ 7 ਅਤੇ 1 8। ਹੁਣ ਇਹ ਹਨ 8 ਰੁਪਏ। ਹੁਣ ਇਹਨਾਂ 8 ਰੁਪਈਆਂ ਦੇ ਵਿੱਚ 1 ਰੁਪਈਆ ਹੋਰ ਮਿਲਾਇਆ ਤਾਂ ਹੋ ਗਏ 8 ਅਤੇ 1 9। ਹੁਣ ਇਹ ਹਨ 9 ਰੁਪਏ। ਇਹਨਾਂ 9 ਰੁਪਈਆਂ ਦੇ ਵਿੱਚ 1 ਰੁਪਈਆ ਹੋਰ ਮਿਲਾ ਦਿੱਤਾ ਤਾਂ ਹੁਣ ਹੋ ਗਏ 9 ਅਤੇ 1 10। ਹੁਣ ਇਹ ਸਾਡੇ ਕੋਲ ਹੋ ਗਏ 10 ਰੁਪਏ। ਬੱਚਿਓ 1-1 ਰੁਪਏ ਦੇ 10 ਨੋਟ ਹਨ, ਮਤਲਬ 10 ਇਕਾਈਆਂ। ਪਿਆਰੇ ਬੱਚਿਓ 10 ਇਕਾਈਆਂ ਬਰਾਬਰ ਹਨ 1 ਦਹਾਈ ਦੇ। ਇਸ ਲਈ ਬੱਚਿਓ ਅਸੀਂ 1-1 ਰੁਪਏ ਦੇ 10 ਨੋਟਾਂ ਦੇ ਬਦਲੇ 10 ਰੁਪਏ ਦਾ ਇੱਕ ਨੋਟ ਲਵਾਂਗੇ। ਬੱਚਿਓ ਹੁਣ ਇਹ ਕੁਝ 10-10 ਰੁਪਏ ਦੇ ਨੋਟ ਹਨ। ਆਓ ਦੇਖੀਏ ਇਹਨਾਂ ਦਾ ਮੁੱਲ ਕੀ ਹੈ। 10 20 30 40 50 60 70 ਇਹ ਹਨ 70 ਰੁਪਏ। ਇਹਨਾਂ 70 ਰੁਪਈਆਂ ਦੇ ਵਿੱਚ 10 ਰੁਪਏ ਹੋਰ ਮਿਲਾਏ। 70 ਅਤੇ 10 80। ਹੁਣ ਇਹ ਹੋ ਗਏ 80 ਰੁਪਏ। 80 ਰੁਪਈਆਂ ਵਿੱਚ 10 ਰੁਪਏ ਹੋਰ ਮਿਲਾਏ। 80 ਅਤੇ 10 90। ਹੁਣ ਇਹ ਹੋ ਗਏ 90 ਰੁਪਏ। 90 ਅਤੇ 10 ਹੋਰ 90 ਅਤੇ 10 100। ਹੁਣ ਹੋ ਗਏ 100 ਰੁਪਏ। ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਦਹਾਈ ਦੇ ਸਥਾਨ ਤੇ ਅਸੀਂ 10 ਰੁਪਏ ਦੇ ਨੋਟ ਵਰਤਦੇ ਹਾਂ। 10-10 ਰੁਪਏ ਦੇ 10 ਨੋਟ ਬਰਾਬਰ ਹਨ 10 ਦਹਾਈਆਂ ਦੇ ਅਤੇ 10 ਦਹਾਈਆਂ ਬਰਾਬਰ ਹਨ 1 ਸੈਂਕੜੇ ਦੇ। ਇਸ ਲਈ ਬੱਚਿਓ ਹੁਣ ਅਸੀਂ 10-10 ਦੇ 10 ਨੋਟਾਂ ਦੇ ਬਦਲੇ ਲਵਾਂਗੇ 100 ਰੁਪਏ ਦਾ ਇੱਕ ਨੋਟ। ਤਾਂ ਬੱਚਿਓ ਅੱਜ ਅਸੀਂ ਸਿੱਖਿਆ 1-1 ਰੁਪਏ ਦੇ 10 ਨੋਟਾਂ ਦਾ ਮੁੱਲ 10 ਰੁਪਏ ਦੇ ਇੱਕ ਨੋਟ ਦੇ ਬਰਾਬਰ ਹੁੰਦਾ ਹੈ। ਮਤਲਬ 10 ਇਕਾਈਆਂ ਬਰਾਬਰ ਹੁੰਦੀਆਂ ਹਨ 1 ਦਹਾਈ ਦੇ ਅਤੇ 10-10 ਰੁਪਏ ਦੇ 10 ਨੋਟਾਂ ਦਾ ਮੁੱਲ 100 ਰੁਪਏ ਦੇ ਇੱਕ ਨੋਟ ਦੇ ਬਰਾਬਰ ਹੁੰਦਾ ਹੈ। ਮਤਲਬ 10 ਦਹਾਈਆਂ ਬਰਾਬਰ ਹੁੰਦੀਆਂ ਹਨ 1 ਸੈਂਕੜਾ ਦੇ। ਬੱਚਿਓ ਅੱਜ ਤੁਸੀਂ ਇਕਾਈਆਂ ਦਾ ਦਹਾਈਆਂ ਨਾਲ ਅਤੇ ਦਹਾਈਆਂ ਦਾ ਸੈਂਕੜੇ ਦੇ ਨਾਲ ਸੰਬੰਧ ਸਮਝ ਲਿਆ ਹੈ। ਹੁਣ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਕਰੰਸੀ ਨੋਟ ਬਣਾ ਲੈਣੇ ਹਨ ਅਤੇ ਇਹਨਾਂ ਦੇ ਆਪਸੀ ਸੰਬੰਧ ਨੂੰ ਸਮਝਣਾ ਹੈ। ਧੰਨਵਾਦ। Hello students, today we will read some words with vowel sound I and E. So let's start. I've 5. Ice rice. Ein 9. I'm time. This clock is showing time. Pipe. Pipe. This is a pipe.
Ein. Line. This is a line. Kite. Kite. This is a kite. Ice. Mice. Ike. Like. Now, let's revise. Five, 9, line, time, mice, rice, like, pipe, kite. Now, it's time for homework. Students, look at the words. You have to read and write these words in your notebook. प्यारे बच्चों, ਅੱਜ ਆਪਾਂ ਜਮਾਤ ਤੀਜੀ ਵਿਸ਼ਾ ਪੰਜਾਬੀ ਪਾਠ ਨੰਬਰ 9 ਸਾਈਕਲ ਦੇ ਝੂਟੇ ਦੀ ਪਾਠ ਅਭਿਆਸ ਦਾ ਪ੍ਰਸ਼ਨ ਨੰਬਰ 4 ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਕਰਾਂਗੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੋਵੇਗਾ। ਤੇ ਚਲੋ ਫਿਰ ਅੱਜ ਆਪਾਂ ਕਰਦੇ ਹਾਂ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਵਾਕ ਨੰਬਰ ਊੜਾ ਖਰਗੋਸ਼ ਨੇ ਕਿਹਾ ਮੈਂ ਬਹੁਤ ਖਾਲਿਸਤਾਨ ਹਾਂ। ਚਲਾਕ ਜਾਂ ਬਲਵਾਨ? ਹਾਂਜੀ ਬੱਚਿਓ, ਦੱਸੋ ਇਸ ਖਾਲਿਸਤਾਨ 'ਚ ਕੀ ਆਵੇਗਾ? ਆਪਾਂ ਪਾਠ ਵਿੱਚ ਪੜ੍ਹ ਕੇ ਆਏ ਹਾਂ ਜਦੋਂ ਤਿੰਨੇ ਦੋਸਤ ਸਾਈਕਲ ਤੇ ਝੂਟੇ ਲੈ ਰਹੇ ਸਨ ਤਾਂ ਉਹਨਾਂ ਦਾ ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ ਤੇ ਫਿਰ ਖਰਗੋਸ਼ ਕਹਿਣ ਲੱਗਾ ਮੈਂ ਬਹੁਤ ਬਲਵਾਨ ਹਾਂ, ਮੈਂ ਜ਼ੋਰ ਲਗਾ ਕੇ ਸਾਈਕਲ ਸਿੱਧਾ ਕਰਦਾ ਹਾਂ। ਤਾਂ ਫਿਰ ਇਸ ਖਾਲਿਸਤਾਨ 'ਚ ਕੀ ਆਇਆ ਬੱਚਿਓ? ਬਿਲਕੁਲ ਠੀਕ, ਬਲਵਾਨ। ਖਰਗੋਸ਼ ਨੇ ਕਿਹਾ ਮੈਂ ਬਹੁਤ ਬਲਵਾਨ ਹਾਂ। ਆੜਾ ਨੰਬਰ ਵਾਕ ਹੈ ਖਾਲਿਸਤਾਨ ਆਪਣੀ ਥਾਂ ਤੋਂ ਹਿਲ ਨਹੀਂ ਸੀ ਰਿਹਾ, ਸਾਈਕਲ ਜਾਂ ਟਰੱਕ? ਹਾਂਜੀ ਬੱਚਿਓ, ਦੱਸੋ ਇਸ ਖਾਲਿਸਤਾਨ 'ਚ ਹੁਣ ਕੀ ਆਵੇਗਾ? ਹਾਂਜੀ, ਆਪਾਂ ਹੁਣ ਤੱਕ ਪੜ੍ਹ ਕੇ ਆਏ ਹਾਂ ਕਿ ਪਹਿਲਾਂ ਖਰਗੋਸ਼ ਨੇ ਬਹੁਤ ਜ਼ੋਰ ਲਾਇਆ, ਫਿਰ ਚੂਹੇ ਨੇ ਵੀ ਬਹੁਤ ਕੋਸ਼ਿਸ਼ ਕੀਤੀ, ਪਰ ਸਾਈਕਲ ਆਪਣੀ ਥਾਂ ਤੋਂ ਹਿਲ ਨਹੀਂ ਸੀ ਰਿਹਾ। ਤਾਂ ਫਿਰ ਇਸ ਖਾਲਿਸਤਾਨ 'ਚ ਕੀ ਆਇਆ ਬੱਚਿਓ? ਹਾਂਜੀ, ਸਾਈਕਲ। ਸਾਈਕਲ ਆਪਣੀ ਥਾਂ ਤੋਂ ਹਿਲ ਨਹੀਂ ਸੀ ਰਿਹਾ। ਦੇਖੋ ਵਾਕ ਨੰਬਰ ਈੜੀ ਤਿੰਨਾਂ ਨੇ ਰਲ ਕੇ ਖਾਲਿਸਤਾਨ ਨੂੰ ਪਾਸੇ ਹਟਾ ਦਿੱਤਾ। ਇੱਟ ਜਾਂ ਪੱਥਰ? ਹਾਂਜੀ, ਪਹਿਲਾਂ ਤਿੰਨਾਂ ਨੇ ਰਲ ਕੇ ਸਾਈਕਲ ਸਿੱਧਾ ਕੀਤਾ ਸੀ, ਹੁਣ ਵਾਰੀ ਸੀ ਰਸਤੇ ਵਿੱਚ ਆਏ ਪੱਥਰ ਨੂੰ ਹਟਾਉਣ ਦੀ, ਤੇ ਫਿਰ ਤਿੰਨਾਂ ਨੇ ਰਲ ਕੇ ਪੱਥਰ ਨੂੰ ਪਾਸੇ ਹਟਾ ਦਿੱਤਾ। ਤੇ ਇਸ ਖਾਲਿਸਤਾਨ 'ਚ ਫਿਰ ਕੀ ਆਇਆ ਬੱਚਿਓ? ਬਿਲਕੁਲ ਠੀਕ, ਪੱਥਰ। ਤਿੰਨਾਂ ਨੇ ਰਲ ਕੇ ਪੱਥਰ ਨੂੰ ਪਾਸੇ ਹਟਾ ਦਿੱਤਾ। ਅੱਗੇ ਹੈ ਵਾਕ ਨੰਬਰ 7। ਤਿੰਨੇ ਉੱਚੀ ਉੱਚੀ ਖਾਲਿਸਤਾਨ ਰਹੇ ਸਨ। ਦੌੜ ਜਗਾ? ਹਾਂਜੀ ਬੱਚਿਓ, ਇਸ ਖਾਲਿਸਤਾਨ 'ਚ ਹੁਣ ਕੀ ਆਵੇਗਾ? ਜਦੋਂ ਤਿੰਨਾਂ ਨੇ ਰਲ ਕੇ ਪੱਥਰ ਨੂੰ ਪਾਸੇ ਹਟਾ ਦਿੱਤਾ ਤਾਂ ਤਿੰਨੇ ਫਿਰ ਤੋਂ ਸਾਈਕਲ ਉੱਤੇ ਬੈਠ ਗਏ ਤੇ ਤਿੰਨੇ ਫਿਰ ਉੱਚੀ ਉੱਚੀ ਗਾ ਰਹੇ ਸਨ। ਤਾਂ ਫਿਰ ਇਸ ਖਾਲਿਸਤਾਨ 'ਚ ਆਇਆ ਬੱਚਿਓ? ਹਾਂਜੀ, ਗਾ। ਤਿੰਨੇ ਉੱਚੀ ਉੱਚੀ ਗਾ ਰਹੇ ਸਨ। ਹੁਣ ਵਾਰੀ ਆਉਂਦੀ ਹੈ ਘਰ ਦਾ ਕੰਮ ਦੇਣ ਦੀ। ਹਾਂਜੀ, ਤੁਸੀਂ ਸਾਰੇ ਬੱਚਿਆਂ ਨੇ ਪਾਠ ਨੰਬਰ 9 ਸਾਈਕਲ ਦੇ ਝੂਟੇ ਦੀ ਪਾਠ ਅਭਿਆਸ ਦਾ ਪ੍ਰਸ਼ਨ ਨੰਬਰ 4 ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਸੁੰਦਰ ਲਿਖਾਈ ਵਿੱਚ ਆਪਣੀਆਂ ਕਾਪੀਆਂ ਤੇ ਕਰਨਾ ਹੈ।
ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਤਿੰਨ ਦੇ ਸਮੂਹ ਲੈ ਕੇ ਸਮੂਹਾਂ ਨੂੰ ਵਾਰ ਵਿੱਚ ਬਦਲਣਾ ਤੇ ਵਾਰ ਨੂੰ ਗੁਣਾ ਵਿੱਚ ਬਦਲ ਕੇ 3 ਨਾਲ ਗੁਣਾ ਸਿੱਖਾਂਗੇ। ਪਿਆਰੇ ਬੱਚਿਓ ਸਾਡੇ ਕੋਲ 1 2 3 ਫੁੱਲ ਹਨ। ਬੱਚਿਓ ਇਹ 3 ਫੁੱਲਾਂ ਦਾ ਇੱਕ ਸਮੂਹ ਹੈ। ਇਸ ਨੂੰ ਅਸੀਂ ਲਿਖਦੇ ਹਾਂ 1 ਵਾਰ 3। ਵਾਰ ਦੀ ਥਾਂ ਤੇ ਗੁਣਾ ਦਾ ਨਿਸ਼ਾਨ ਪਾ ਕੇ ਅਸੀਂ ਲਿਖਦੇ ਹਾਂ 1 ਗੁਣਾ 3। 1 ਗੁਣਾ 3 ਬਰਾਬਰ ਹੈ 3। ਬੱਚਿਓ ਸਾਡੇ ਕੋਲ ਪਹਿਲਾਂ 3 ਫੁੱਲ ਸਨ। 3 ਫੁੱਲ ਹੋਰ ਲੈ ਲੈਣ ਤੇ ਸਾਡੇ ਕੋਲ ਹੋ ਗਏ 6 ਫੁੱਲ। ਹੁਣ ਸਾਡੇ ਕੋਲ 3 ਦੇ ਕਿੰਨੇ ਸਮੂਹ ਹਨ? 2 ਸਮੂਹ। ਇਸ ਨੂੰ ਅਸੀਂ ਲਿਖਦੇ ਹਾਂ 2 ਵਾਰ 3। 2 ਵਾਰ 3 ਨੂੰ ਲਿਖਦੇ ਹਾਂ 2 ਗੁਣਾ 3 ਬਰਾਬਰ ਹੈ 6। ਬੱਚਿਓ ਸਾਡੇ ਕੋਲ 6 ਫੁੱਲ ਸਨ। 3 ਫੁੱਲ ਹੋਰ ਲੈ ਲੈਣ ਤੇ ਸਾਡੇ ਕੋਲ ਹੋ ਗਏ 9 ਫੁੱਲ। ਹੁਣ 3 ਫੁੱਲਾਂ ਦੇ 3 ਸਮੂਹ ਹਨ। ਪਰ 3 ਵਾਰ 3। ਇਸ ਨੂੰ ਅਸੀਂ ਲਿਖਦੇ ਹਾਂ 3 ਗੁਣਾ 3 ਬਰਾਬਰ ਹੈ 9। ਬੱਚਿਓ 9 ਫੁੱਲਾਂ ਵਿੱਚ 3 ਫੁੱਲ ਹੋਰ ਲੈ ਲੈਣ ਤੇ ਸਾਡੇ ਕੋਲ ਹੋ ਗਏ 12 ਫੁੱਲ। 3 ਫੁੱਲਾਂ ਦੇ 4 ਸਮੂਹ ਭਾਵ 4 ਵਾਰ 3। ਇਸ ਨੂੰ ਅਸੀਂ ਲਿਖਦੇ ਹਾਂ 4 ਗੁਣਾ 3 ਬਰਾਬਰ ਹੈ 12। ਬੱਚਿਓ ਸਾਡੇ ਕੋਲ 12 ਫੁੱਲ ਸੀ। 3 ਫੁੱਲ ਹੋਰ ਲੈ ਲੈਣ ਤੇ ਹੋ ਗਏ 15 ਫੁੱਲ। ਹੁਣ ਸਾਡੇ ਕੋਲ 3 ਫੁੱਲਾਂ ਦੇ 5 ਸਮੂਹ ਹਨ ਭਾਵ 5 ਵਾਰ 3। ਇਸ ਨੂੰ ਅਸੀਂ ਲਿਖਦੇ ਹਾਂ 5 ਗੁਣਾ 3 ਬਰਾਬਰ ਹੈ 15। ਬੱਚਿਓ ਸਾਡੇ ਕੋਲ 15 ਫੁੱਲ ਸੀ। 3 ਫੁੱਲ ਹੋਰ ਲੈ ਲੈਣ ਤੇ ਹੋ ਗਏ 18 ਫੁੱਲ। ਇੱਥੇ ਸਾਡੇ ਕੋਲ 3 ਦੇ 6 ਸਮੂਹ ਹੋ ਗਏ ਭਾਵ 6 ਵਾਰ 3। ਇਸ ਨੂੰ ਅਸੀਂ ਲਿਖਦੇ ਹਾਂ 6 ਗੁਣਾ 3 ਬਰਾਬਰ ਹੈ 18। ਬੱਚਿਓ ਸਾਡੇ ਕੋਲ 18 ਫੁੱਲ ਸੀ। 3 ਫੁੱਲ ਅਸੀਂ ਹੋਰ ਲੈ ਲਏ ਤਾਂ ਸਾਡੇ ਕੋਲ ਹੋ ਗਏ 21 ਫੁੱਲ। ਹੁਣ ਸਾਡੇ ਕੋਲ 3 ਦੇ 7 ਸਮੂਹ ਭਾਵ 7 ਵਾਰ 3 ਹੈ। ਇਸ ਨੂੰ ਅਸੀਂ ਲਿਖਦੇ ਹਾਂ 7 ਗੁਣਾ 3। 7 ਗੁਣਾ 3 ਬਰਾਬਰ ਹੈ 21। ਦੇਖੋ ਪਿਆਰੇ ਬੱਚਿਓ ਸਾਡੇ ਕੋਲ 21 ਫੁੱਲ ਸੀ। 3 ਫੁੱਲਾਂ ਦਾ ਇੱਕ ਸਮੂਹ ਹੋਰ ਲੈ ਲੈਣ ਤੇ ਸਾਡੇ ਕੋਲ ਹੋ ਗਏ ਹਾਂਜੀ ਬੱਚਿਓ ਕਿੰਨੇ ਫੁੱਲ? 24 ਫੁੱਲ। ਹੁਣ ਬੱਚਿਓ ਸਾਡੇ ਕੋਲ ਹੋ ਗਏ 3 ਫੁੱਲਾਂ ਦੇ 8 ਸਮੂਹ ਭਾਵ 8 ਵਾਰ 3। 8 ਵਾਰ 3 ਨੂੰ ਅਸੀਂ ਲਿਖਦੇ ਹਾਂ 8 ਗੁਣਾ 3। 8 ਗੁਣਾ 3 ਬਰਾਬਰ ਹੈ 24। ਪਿਆਰੇ ਬੱਚਿਓ ਸਾਡੇ ਕੋਲ 24 ਫੁੱਲ ਸੀ। 3 ਫੁੱਲ ਹੋਰ ਲੈ ਲੈਣ ਤੇ ਸਾਡੇ ਕੋਲ ਹੋ ਗਏ 27 ਫੁੱਲ। ਹੁਣ ਬੱਚਿਓ ਸਾਡੇ ਕੋਲ 3 ਦੇ 9 ਸਮੂਹ ਹਨ ਭਾਵ 9 ਵਾਰ 3। ਇਸ ਨੂੰ ਅਸੀਂ ਲਿਖਦੇ ਹਾਂ 9 ਗੁਣਾ 3 ਤੇ 9 ਗੁਣਾ 3 ਬਰਾਬਰ ਹੈ 27। ਬੱਚਿਓ ਸਾਡੇ ਕੋਲ 27 ਫੁੱਲ ਸੀ। 3 ਫੁੱਲ ਹੋਰ ਲੈ ਲੈਣ ਤੇ ਸਾਡੇ ਕੋਲ ਹੋ ਗਏ 30 ਫੁੱਲ। ਹੁਣ ਸਾਡੇ ਕੋਲ 3 ਦੇ 10 ਸਮੂਹ ਹਨ ਭਾਵ 10 ਵਾਰ 3। ਇਸ ਨੂੰ ਅਸੀਂ ਲਿਖਦੇ ਹਾਂ 10 ਗੁਣਾ 3 ਅਤੇ 10 ਗੁਣਾ 3 ਬਰਾਬਰ ਹੈ ਬੱਚਿਓ 30। ਬੱਚਿਓ ਅੱਜ ਆਪਾਂ 3 ਦੇ ਸਮੂਹਾਂ ਦਾ ਜੋੜ ਕਰਦੇ ਹੋਏ 3 ਦੀ ਗੁਣਾ ਸਿੱਖ ਲਈ ਹੈ। ਬੱਚਿਓ ਤੁਸੀਂ ਪੰਨਾ ਨੰਬਰ 73 ਉੱਤੇ ਦਿੱਤੇ ਹੋਏ ਇਹਨਾਂ ਸਮੂਹਾਂ ਨੂੰ ਸਮਝਦੇ ਹੋਏ ਖਾਲੀ ਡੱਬਿਆਂ ਵਿੱਚ 3 ਨਾਲ ਗੁਣਾ ਕਰਕੇ ਲਿਖਣਾ ਹੈ। Hello dear kids, let's see what we have learnt from the lesson trees. We have learnt trees are the kindest things. Let's see how are they so kind. We know they give us, yes, wood, shade, fruits, oxygen and many more. They do not harm, although they give shelter to the birds and animals. They simply grow. They do not want so much care to grow. Means they easily grow.
they just give and do not take anything in return. So, they are our best friends. So, we should grow more trees. We must grow more trees. Look, I have a little cute plant. A plant. And here is a pot. It is full of soil. I'll plant it in this pot. Let's dig a small pit. Yes, a plant, a pot, soil, pit. Now we will remove the polythene. I have cut it with the help of cutter. Now we will plant it in this way. Now spread soil around the plant. And sprinkle some water on it. When it will grow, it will have purple flowers on it, like this. Do you know what is your today's homework? Promise me that you will take care of your true friends and plant a plant on your upcoming birthday. Bye-bye. See you soon. ਬੱਚਿਓ, ਅੱਜ ਅਸੀਂ ਪਾਠ 9ਵਾਂ ਭੋਜਨ ਪਕਾਈਏ ਅਤੇ ਖਾਈਏ ਵਿੱਚੋਂ ਚੁੱਲ੍ਹੇ ਅਤੇ ਬਾਲਣ ਬਾਰੇ ਪੜਾਂਗੇ। ਬੱਚਿਓ, ਤੁਸੀਂ ਦੇਖਿਆ ਹੋਵੇਗਾ ਕਿ ਭੋਜਨ ਨੂੰ ਪਕਾਉਣ ਲਈ ਕਈ ਪ੍ਰਕਾਰ ਦੇ ਚੁੱਲ੍ਹੇ ਅਤੇ ਬਾਲਣ ਵਰਤੇ ਜਾਂਦੇ ਹਨ। ਇਹ ਕੀ ਹੈ ਬੱਚਿਓ? ਹਾਂਜੀ, ਚੁੱਲ੍ਹਾ, ਤੰਦੂਰ, ਅੰਗੀਠੀ। ਪਿੰਡਾਂ ਵਿੱਚ ਭੋਜਨ ਪਕਾਉਣ ਲਈ ਮਿੱਟੀ ਦੇ ਚੁੱਲ੍ਹੇ, ਤੰਦੂਰ ਅਤੇ ਅੰਗੀਠੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗੋਹੇ ਦੀਆਂ ਪਾਥੀਆਂ, ਲੱਕੜ ਅਤੇ ਕੋਲੇ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਭੋਜਨ ਪਕਾਉਣ ਤੇ ਬਹੁਤ ਧੂੰਆਂ ਪੈਦਾ ਹੁੰਦਾ ਹੈ ਅਤੇ ਇਸ ਧੂਏ ਨਾਲ ਖਾਣਾ ਪਕਾਉਣ ਵਾਲੇ ਨੂੰ ਸਾਹ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਸੋ ਬੱਚਿਓ, ਅੱਜ ਕੱਲ੍ਹ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਭੋਜਨ ਪਕਾਉਣ ਲਈ ਗੋਬਰ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਓ, ਹੁਣ ਅਸੀਂ ਕਿਰਿਆ ਨੰਬਰ 6 ਕਰਾਂਗੇ। ਵੱਖ-ਵੱਖ ਚੁੱਲ੍ਹਿਆਂ ਅਤੇ ਬਾਲਣਾਂ ਦੇ ਨਾਂ। ਇਸ ਤਸਵੀਰ ਵਿੱਚ ਬੱਚਿਓ ਵੱਖ-ਵੱਖ ਬਾਲਣ ਅਤੇ ਚੁੱਲ੍ਹੇ ਹਨ। ਇਸ ਕਿਰਿਆ ਵਿੱਚ ਹੁਣ ਅਸੀਂ ਇਹਨਾਂ ਚੁੱਲ੍ਹਿਆਂ ਅਤੇ ਬਾਲਣਾਂ ਦੇ ਨਾਂ ਇੱਕ-ਇੱਕ ਕਰਕੇ ਜਾਣਾਂਗੇ। ਇਹ ਕੀ ਹੈ ਬੱਚਿਓ? ਹਾਂਜੀ, ਇਹ ਕਿਸ ਦੀ ਤਸਵੀਰ ਹੈ? ਚੁੱਲ੍ਹੇ ਦੀ। ਇਹ ਹੈ ਚੁੱਲ੍ਹਾ। ਤੰਦੂਰ। ਇਹ ਕੀ ਹੈ ਬੱਚਿਓ? ਇੰਡਕਸ਼ਨ ਚੁੱਲ੍ਹਾ। ਇਹ ਕਿਸ ਦੀ ਤਸਵੀਰ ਹੈ? ਗੋਬਰ ਗੈਸ। LPG ਗੈਸ ਸਟੋਵ, ਤਰਲ ਪੈਟਰੋਲੀਅਮ ਗੈਸ। ਭੱਠੀ, ਮਾਈਕ੍ਰੋਵੇਵ ਓਵਨ ਅਤੇ ਸੋਲਰ ਕੁੱਕਰ। ਇਹ ਸਨ ਸਾਡੇ ਵੱਖ-ਵੱਖ ਚੁੱਲ੍ਹੇ ਅਤੇ ਬਾਲਣਾਂ ਦੇ ਨਾਂ। ਜਿਸ ਤਰ੍ਹਾਂ ਪਿੰਡਾਂ ਵਿੱਚ ਲੋਕ ਚੁੱਲ੍ਹੇ, ਤੰਦੂਰ ਅਤੇ ਅੰਗੀਠੀਆਂ ਦੀ ਵਰਤੋਂ ਕਰਦੇ ਹਨ, ਉਸੇ ਤਰ੍ਹਾਂ ਹੀ ਬੱਚਿਓ ਸ਼ਹਿਰਾਂ ਵਿੱਚ LPG, ਤਰਲ ਪੈਟਰੋਲੀਅਮ ਗੈਸ ਸਿਲੰਡਰ ਤੇ ਚੱਲਣ ਵਾਲੇ ਚੁੱਲ੍ਹਿਆਂ ਅਤੇ ਭੱਠੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹਲਵਾਈ ਮਠਿਆਈ ਬਣਾਉਣ ਲਈ ਡੀਜ਼ਲ ਅਤੇ ਮਿੱਟੀ ਦੇ ਤੇਲ ਤੇ ਚੱਲਣ ਵਾਲੀਆਂ ਭੱਠੀਆਂ ਦੀ ਵਰਤੋਂ ਕਰਦੇ ਹਨ। ਸੋਲਰ ਕੁੱਕਰ ਅਤੇ ਮਾਈਕ੍ਰੋਵੇਵ ਓਵਨ। ਸੂਰਜੀ ਊਰਜਾ ਤੋਂ ਚੱਲਣ ਵਾਲੇ ਸੋਲਰ ਕੁੱਕਰ ਅਤੇ ਬਿਜਲੀ ਤੇ ਚੱਲਣ ਵਾਲੇ ਮਾਈਕ੍ਰੋਵੇਵ ਓਵਨ ਵੀ ਖਾਣਾ ਬਣਾਉਣ ਲਈ ਵਰਤੇ ਜਾਂਦੇ ਹਨ। ਘਰ ਦੇ ਕੰਮ ਦੇ ਵਿੱਚ ਬੱਚਿਓ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਸੁੰਦਰ ਲਿਖਾਈ ਵਿੱਚ ਆਪਣੀਆਂ ਕਾਪੀਆਂ ਤੇ ਲਿਖਣੇ ਹਨ। ਪ੍ਰਸ਼ਨ ਨੰਬਰ 1 ਹੈ, ਵੱਖ-ਵੱਖ ਚੁੱਲ੍ਹਿਆਂ ਅਤੇ ਬਾਲਣਾਂ ਦੇ ਨਾਂ ਲਿਖੋ। ਪ੍ਰਸ਼ਨ ਨੰਬਰ 2, LPG ਦਾ ਕੀ ਅਰਥ ਹੈ? ਪਿਆਰੇ ਬੱਚਿਓ, ਅੱਜ ਅਸੀਂ ਪੜਾਂਗੇ ਜਮਾਤ ਚੌਥੀ ਦਾ ਪਾਠ 10 ਈਦ। ਅੱਜ ਅਸੀਂ ਤਿਉਹਾਰਾਂ ਬਾਰੇ ਗੱਲ ਕਰਾਂਗੇ ਔਰ ਈਦ ਤਿਉਹਾਰ ਬਾਰੇ ਇਸ ਪਾਠ ਵਿੱਚ ਪੜਾਂਗੇ। ਅੱਜ ਈਦ ਦਾ ਤਿਉਹਾਰ ਹੈ। ਹਰ ਪਾਸੇ ਖੁਸ਼ੀ ਹੀ ਖੁਸ਼ੀ ਹੈ। ਇਹ ਤਿਉਹਾਰ ਸਾਡੇ ਹੋਰ ਤਿਉਹਾਰਾਂ ਵਾਂਗ
ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਆਉਂਦਾ ਹੈ। ਰਮਜ਼ਾਨ ਦੇ ਮਹੀਨੇ ਵਿੱਚ 30 ਰੋਜ਼ੇ ਰੱਖੇ ਜਾਂਦੇ ਹਨ। ਰੋਜ਼ਿਆਂ ਵਿੱਚ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਵੀ ਨਹੀਂ ਖਾਂਦੇ ਪੀਂਦੇ। ਜਦੋਂ ਅਖੀਰਲਾ ਰੋਜ਼ਾ ਹੁੰਦਾ ਹੈ ਉਸ ਰਾਤ ਚੰਦ ਦਿਖਾਈ ਦਿੰਦਾ ਹੈ। ਉਸ ਤੋਂ ਅਗਲੇ ਦਿਨ ਈਦ ਮਨਾਈ ਜਾਂਦੀ ਹੈ। ਇਸ ਈਦ ਨੂੰ ਈਦ ਉਲ ਫਿਤਰ ਆਖਦੇ ਹਨ। ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਕਈ ਦਿਨ ਪਹਿਲਾਂ ਤੋਂ ਹੀ ਈਦ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਾਜ਼ਾਰਾਂ ਵਿੱਚ ਬੜੀ ਰੌਣਕ ਹੈ। ਕੋਈ ਕੱਪੜਾ ਖਰੀਦ ਰਿਹਾ ਹੈ ਤੇ ਕੋਈ ਜੁੱਤੀ। ਕੁਝ ਲੋਕ ਸੇਵੀਆਂ ਤੇ ਮਠਿਆਈਆਂ ਖਰੀਦ ਰਹੇ ਹਨ। ਚੂੜੀਆਂ ਦੀਆਂ ਦੁਕਾਨਾਂ ਤੇ ਔਰਤਾਂ ਦੀ ਭੀੜ ਲੱਗੀ ਹੋਈ ਹੈ। ਅੱਜ ਸਵੇਰ ਹੁੰਦੇ ਹੀ ਸਭ ਨੇ ਨਹਾ ਧੋ ਕੇ ਨਵੇਂ ਕੱਪੜੇ ਪਾ ਲਏ ਹਨ। ਹਰ ਬੰਦਾ ਖੁਸ਼ ਦਿਖਾਈ ਦੇ ਰਿਹਾ ਹੈ। ਈਦ ਦੀ ਨਮਾਜ਼ ਦੀਆਂ ਤਿਆਰੀਆਂ ਹੋ ਰਹੀਆਂ ਹਨ। ਘਰ ਘਰ ਸੇਵੀਆਂ ਪਕਾਈਆਂ ਜਾ ਰਹੀਆਂ ਹਨ। ਬੱਚਿਆਂ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ। ਸੁਹੇਲ ਬਹੁਤ ਖੁਸ਼ ਹੈ। ਉਸਦੇ ਅੱਬਾ ਨੇ ਉਸ ਲਈ ਨਵਾਂ ਕੁੜਤਾ ਪਜਾਮਾ ਸਵਾਇਆ ਹੈ। ਨਵੇਂ ਕੱਪੜੇ ਪਾ ਕੇ ਉਹ ਈਦਗਾਹ ਜਾਣ ਦੀ ਤਿਆਰੀ ਕਰ ਰਿਹਾ ਹੈ। ਉਸ ਦੀ ਛੋਟੀ ਭੈਣ ਸ਼ਬਨਮ ਨੇ ਵੀ ਨਵੀਂ ਸਲਵਾਰ ਕਮੀਜ਼ ਪਾਈ ਹੈ। ਉਹ ਗੋਟੇ ਵਾਲੀ ਚੁੰਨੀ ਲੈ ਕੇ ਬਹੁਤ ਖੁਸ਼ ਹੈ। ਲੋਕ ਈਦਗਾਹ ਵੱਲ ਚੱਲ ਪਏ ਹਨ। ਨਾਲ ਬੱਚੇ ਵੀ ਜਾ ਰਹੇ ਹਨ। ਉਹ ਖੁਸ਼ੀ ਵਿੱਚ ਨੱਚਦੇ ਜਾ ਰਹੇ ਹਨ। ਸਭ ਲੋਕ ਈਦਗਾਹ ਪਹੁੰਚ ਗਏ ਹਨ। ਉੱਥੇ ਸਭ ਨੇ ਕਤਾਰਾਂ ਵਿੱਚ ਖੜੇ ਹੋ ਕੇ ਨਮਾਜ਼ ਪੜ੍ਹੀ। ਨਮਾਜ਼ ਪੜ੍ਹ ਕੇ ਹੱਥ ਉਠਾ ਕੇ ਖੁਦਾ ਤੋਂ ਦੁਆ ਮੰਗੀ। ਈਦਗਾਹ ਦੇ ਬਾਹਰ ਮੇਲਾ ਲੱਗਿਆ ਹੋਇਆ ਹੈ। ਮਠਿਆਈ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਮੇਲੇ ਵਿੱਚ ਝੂਲੇ ਵੀ ਲੱਗੇ ਹੋਏ ਹਨ। ਬੱਚੇ ਝੂਟੇ ਲੈ ਰਹੇ ਹਨ। ਸੁਹੇਲ ਦੇ ਅੱਬਾ ਨੇ ਮਠਿਆਈ ਖਰੀਦੀ। ਖਿਡੌਣਿਆਂ ਦੀ ਦੁਕਾਨ ਤੋਂ ਸੁਹੇਲ ਨੇ ਆਪਣੇ ਲਈ ਇੱਕ ਖਿਡੌਣਾ ਜਹਾਜ਼ ਖਰੀਦਿਆ। ਉਸਨੇ ਆਪਣੀ ਭੈਣ ਸ਼ਬਨਮ ਲਈ ਨੱਚਣ ਵਾਲਾ ਇੱਕ ਰਿੱਛ ਖਰੀਦਿਆ। ਸਭ ਖੁਸ਼ੀ-ਖੁਸ਼ੀ ਘਰ ਮੁੜ ਆਏ। ਸੁਹੇਲ ਨੂੰ ਦੇਖਦਿਆਂ ਹੀ ਸ਼ਬਨਮ ਭੱਜੀ ਆਈ। ਸੁਹੇਲ ਨੇ ਉਸ ਨੂੰ ਖਿਡੌਣੇ ਤੇ ਮਠਿਆਈ ਦਿੱਤੀ। ਸ਼ਬਨਮ ਖੁਸ਼ ਹੋ ਗਈ। ਸੁਹੇਲ ਦੇ ਦੋਸਤ ਅਮਨ ਤੇ ਇਕਬਾਲ ਵੀ ਈਦ ਦੀ ਮੁਬਾਰਕਬਾਦ ਦੇਣ ਉਸਦੇ ਘਰ ਆਏ। ਸੁਹੇਲ ਦੀ ਮੰਮੀ ਨੇ ਉਹਨਾਂ ਨੂੰ ਵੀ ਸੇਵੀਆਂ ਤੇ ਮਠਿਆਈ ਖਵਾਈ। ਬੱਚਿਓ, ਇਸ ਪਾਠ ਨੂੰ ਪੜ੍ਹ ਕੇ ਸਾਨੂੰ ਪਤਾ ਲੱਗ ਗਿਆ ਈਦ ਕਿਵੇਂ ਮਨਾਈ ਜਾਂਦੀ ਹੈ। ਸਾਨੂੰ ਸਾਰੇ ਹੀ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਕਿਉਂਕਿ ਤਿਉਹਾਰ ਸਾਡੇ ਘਰ ਵਿੱਚ ਖੁਸ਼ੀਆਂ ਲੈ ਕੇ ਆਉਂਦੇ ਹਨ। ਤੁਹਾਡਾ ਘਰ ਦਾ ਕੰਮ ਹੈ ਤੁਸੀਂ ਸੁੰਦਰ ਲਿਖਾਈ ਲਿਖਣੀ ਹੈ। ਔਖੇ ਸ਼ਬਦਾਂ ਨੂੰ ਆਪਣੀ ਕਾਪੀ ਵਿੱਚ ਲਿਖਣਾ ਹੈ, ਯਾਦ ਕਰਨਾ ਹੈ। ਧੰਨਵਾਦ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅੱਜ ਦੀ ਕਲਾਸ ਵਿੱਚ ਆਪਾਂ ਚੌਥੀ ਸ਼੍ਰੇਣੀ ਲਈ ਗਣਿਤ ਦੀ ਦੁਨੀਆ ਦੇ 2.9 ਅਭਿਆਸ ਦੇ 8ਵਾਂ, 9ਵਾਂ ਅਤੇ 10ਵਾਂ ਸਵਾਲ ਹੱਲ ਕਰਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। 8ਵਾਂ ਸਵਾਲ। ਇੱਕ ਮਜ਼ਦੂਰ ਇੱਕ ਗੇੜੇ ਵਿੱਚ 20 ਇੱਟਾਂ ਚੁੱਕਦਾ ਹੈ। 1000 ਇੱਟਾਂ ਚੁੱਕਣ ਲਈ ਉਸਦੇ ਕਿੰਨੇ ਗੇੜੇ ਲੱਗਣਗੇ? ਪਿਆਰੇ ਬੱਚਿਓ, ਇੱਟਾਂ ਹਨ 1000। ਜਦੋਂ ਮਜ਼ਦੂਰ ਪਹਿਲੇ ਗੇੜੇ ਵਿੱਚ 20 ਇੱਟਾਂ ਲੈ ਕੇ ਜਾਵੇਗਾ ਤਾਂ ਇੱਥੇ ਰਹਿ ਜਾਣਗੀਆਂ 980। ਜਦੋਂ ਉਹ ਇੱਕ ਹੋਰ ਗੇੜਾ ਲਾਵੇਗਾ ਤਾਂ ਇੱਥੇ ਇੱਟਾਂ ਰਹਿ ਜਾਣਗੀਆਂ 960। ਫਿਰ ਜਦੋਂ ਉਹ ਇੱਕ ਹੋਰ ਗੇੜੇ ਦੇ ਵਿੱਚ 20 ਇੱਟਾਂ ਲੈ ਜਾਵੇਗਾ ਤਾਂ ਇੱਟਾਂ ਰਹਿ ਜਾਣਗੀਆਂ 940। ਸੋ ਪਿਆਰੇ ਬੱਚਿਓ, ਇਸ ਤਰ੍ਹਾਂ ਕਰਕੇ 20 ਇੱਟਾਂ ਘਟਦੀਆਂ ਜਾਣਗੀਆਂ। ਸੋ ਜਦੋਂ ਪਿਆਰੇ ਬੱਚਿਓ ਉਹ ਵਾਰ-ਵਾਰ 20 ਇੱਟਾਂ ਚੁੱਕਦਾ ਜਾਵੇਗਾ ਤਾਂ ਅਖੀਰ ਦੇ ਵਿੱਚ ਉਹ ਸਾਰੀਆਂ ਇੱਟਾਂ ਚੁੱਕ ਲਵੇਗਾ। ਇਹ ਦੇਖਣ ਲਈ ਕਿ ਉਸਦੇ ਕਿੰਨੇ ਗੇੜੇ ਲੱਗੇ, ਅਸੀਂ 1000 ਦੇ ਵਿੱਚੋਂ 20 ਨੂੰ ਵਾਰ-ਵਾਰ ਘਟਾ ਵੀ ਸਕਦੇ ਹਾਂ ਅਤੇ 1000 ਨੂੰ 20 ਨਾਲ ਭਾਗ ਵੀ ਕਰ ਸਕਦੇ ਹਾਂ। ਸੋ ਅਸੀਂ ਇੱਥੇ 1000 ਨੂੰ 20 ਨਾਲ ਭਾਗ ਕਰਕੇ ਦੇਖਾਂਗੇ ਕਿ ਉਸ ਮਜ਼ਦੂਰ ਦੇ ਕਿੰਨੇ ਗੇੜੇ ਲੱਗਣਗੇ। ਕੁੱਲ ਇੱਟਾਂ ਹਨ 1000।
20 ਇੱਟਾਂ ਲਈ ਗੇੜੇ ਲੱਗਦੇ ਹਨ 1000 ਇੱਟਾਂ ਲਈ ਕਿੰਨੇ ਗੇੜੇ ਲੱਗਣਗੇ? ਇਹ ਦੇਖਣ ਦੇ ਲਈ ਅਸੀਂ 1000 ਨੂੰ 20 ਨਾਲ ਭਾਗ ਕਰਦੇ ਹਾਂ। ਜਦੋਂ ਪਿਆਰੇ ਬੱਚਿਓ 1000 ਨੂੰ 20 ਨਾਲ ਭਾਗ ਕਰਦੇ ਹਾਂ ਤਾਂ ਸਾਨੂੰ ਪ੍ਰਾਪਤ ਹੁੰਦਾ ਹੈ 50, ਭਾਵ 1000 ਇੱਟਾਂ ਚੁੱਕਣ ਲਈ ਉਸ ਮਜ਼ਦੂਰ ਦੇ 50 ਗੇੜੇ ਲੱਗਣਗੇ। ਸ਼ੁਰੂ ਕਰਦੇ ਹਾਂ 9ਵਾਂ ਸਵਾਲ। ਰੇਲ ਗੱਡੀ ਦੀ ਇੱਕ ਟਿਕਟ ਦਾ ਮੁੱਲ 24 ਰੁਪਏ ਹੈ। ਪਲਕ ਨੇ ਟਿਕਟਾਂ ਲੈਣ ਲਈ 576 ਰੁਪਏ ਦਿੱਤੇ ਤਾਂ ਉਸਨੇ ਕਿੰਨੀਆਂ ਟਿਕਟਾਂ ਖਰੀਦ ਲਈਆਂ? ਪਿਆਰੇ ਬੱਚਿਓ ਪਲਕ ਨੇ ਕਿੰਨੇ ਰੁਪਏ ਦਿੱਤੇ? 576। ਸਾਨੂੰ ਪਤਾ ਹੈ ਇੱਕ ਟਿਕਟ ਦਾ ਮੁੱਲ ਹੈ 24 ਰੁਪਏ। ਜਦੋਂ ਉਸਨੇ ਇੱਕ ਟਿਕਟ ਖਰੀਦੀ ਤਾਂ ਇਹਦੇ 576 ਦੇ ਵਿੱਚੋਂ 24 ਰੁਪਏ ਘਟ ਜਾਣਗੇ ਤੇ ਪਲਕ ਕੋਲ ਰਹਿ ਜਾਣਗੇ 552 ਰੁਪਏ। ਫਿਰ ਜਦੋਂ ਇੱਕ ਹੋਰ ਟਿਕਟ ਖਰੀਦੇਗੀ ਤਾਂ 24 ਰੁਪਏ ਹੋਰ ਘਟ ਜਾਣਗੇ, ਫਿਰ ਰਹਿ ਜਾਣਗੇ 528 ਰੁਪਏ। ਇੱਕ ਹੋਰ ਟਿਕਟ ਖਰੀਦ ਲਏਗੀ ਤਾਂ ਫਿਰ 24 ਰੁਪਏ ਘਟ ਕੇ ਰਹਿ ਜਾਣਗੇ 504 ਰੁਪਏ। ਸੋ ਪਿਆਰੇ ਬੱਚਿਓ ਅਸੀਂ ਇਸ ਤਰ੍ਹਾਂ ਇੱਕ ਟਿਕਟ ਦਾ ਮੁੱਲ ਘਟਾ ਕੇ ਵੀ ਦੇਖ ਸਕਦੇ ਹਾਂ ਕਿ 576 ਰੁਪਏ ਦੀਆਂ ਕਿੰਨੀਆਂ ਟਿਕਟਾਂ ਆਉਣਗੀਆਂ ਅਤੇ 576 ਨੂੰ 24 ਨਾਲ ਭਾਗ ਵੀ ਕਰ ਸਕਦੇ ਹਾਂ। ਸੋ ਪਿਆਰੇ ਬੱਚਿਓ ਅਸੀਂ ਇੱਥੇ 576 ਨੂੰ 24 ਨਾਲ ਭਾਗ ਕਰਕੇ ਦੇਖਾਂਗੇ। ਆਓ ਕਰਦੇ ਹਾਂ। ਪਲਕ ਕੋਲ ਕੁੱਲ ਰੁਪਏ 576, 24 ਰੁਪਿਆਂ ਦੀ ਟਿਕਟ ਆਉਂਦੀ ਹੈ 1 ਤੇ 576 ਰੁਪਏ ਦੀਆਂ ਕਿੰਨੀਆਂ ਟਿਕਟਾਂ ਆਉਣਗੀਆਂ? ਇਹ ਦੇਖਣ ਲਈ ਅਸੀਂ 576 ਨੂੰ 24 ਨਾਲ ਭਾਗ ਕਰਦੇ ਹਾਂ। ਤਾਂ ਪਿਆਰੇ ਬੱਚਿਓ ਜਦੋਂ ਅਸੀਂ 576 ਨੂੰ 24 ਨਾਲ ਭਾਗ ਕਰਦੇ ਹਾਂ ਤਾਂ ਸਾਨੂੰ ਪ੍ਰਾਪਤ ਹੁੰਦਾ ਹੈ 24। ਇਸ ਦਾ ਭਾਵ ਹੈ ਪਲਕ ਨੇ 576 ਰੁਪਏ ਦੀਆਂ 24 ਰੁਪਏ ਦੇ ਮੁੱਲ ਦੀਆਂ 24 ਟਿਕਟਾਂ ਖਰੀਦ ਲਈਆਂ। ਆਓ ਸ਼ੁਰੂ ਕਰਦੇ ਹਾਂ 10ਵਾਂ ਸਵਾਲ। ਕਾਸ਼ਵੀ ਨੇ ਆਪਣੇ ਜਨਮ ਦਿਨ 'ਤੇ ਟੌਫੀਆਂ ਦਾ ਇੱਕ ਪੈਕਟ ਲਿਆਂਦਾ। ਉਸ ਵਿੱਚ 175 ਟੌਫੀਆਂ ਸਨ। ਉਸ ਦੀ ਜਮਾਤ ਵਿੱਚ 35 ਬੱਚੇ ਹਨ। ਹਰੇਕ ਬੱਚੇ ਨੂੰ ਕਿੰਨੀਆਂ ਟੌਫੀਆਂ ਮਿਲੀਆਂ? ਪਿਆਰੇ ਬੱਚਿਓ ਕਾਸ਼ਵੀ ਨੇ ਜੋ ਜਨਮ ਦਿਨ 'ਤੇ ਟੌਫੀਆਂ ਦਾ ਪੈਕਟ ਲਿਆਂਦਾ ਉਸ ਵਿੱਚ ਕਿੰਨੀਆਂ ਟੌਫੀਆਂ ਹਨ? 175। ਜਦੋਂ ਉਹ ਇਹਨਾਂ 175 ਟੌਫੀਆਂ ਦੇ ਵਿੱਚੋਂ ਪਹਿਲਾਂ 35 ਬੱਚਿਆਂ ਨੂੰ 35 ਟੌਫੀਆਂ ਦੇ ਦੇਵੇਗੀ ਤਾਂ ਉਸ ਕੋਲ ਕਿੰਨੀਆਂ ਰਹਿ ਜਾਣਗੀਆਂ? 140। ਫਿਰ ਜਦੋਂ ਉਹ 140 ਦੇ ਵਿੱਚੋਂ ਫਿਰ ਇੱਕ ਟੌਫੀ ਦੇ ਕੇ 35 ਬੱਚਿਆਂ ਨੂੰ 35 ਟੌਫੀਆਂ ਹੋਰ ਦੇ ਦੇਵੇਗੀ ਤਾਂ ਉਸ ਕੋਲ ਕਿੰਨੀਆਂ ਰਹਿ ਗਈਆਂ? 105। ਤਾਂ ਇਸੇ ਤਰ੍ਹਾਂ ਹੀ ਜਦੋਂ ਉਹ ਇੱਕ ਕਰਕੇ ਹੋਰ ਟੌਫੀ ਦੇ ਦੇਵੇਗੀ ਭਾਵ ਉਸ ਕੋਲ 35 ਟੌਫੀਆਂ ਹੋਰ ਵੰਡੀਆਂ ਜਾਣਗੀਆਂ ਤਾਂ ਉਸ ਕੋਲ ਰਹਿ ਜਾਣਗੀਆਂ 70। ਸੋ ਪਿਆਰੇ ਬੱਚਿਓ ਇਸ ਤਰ੍ਹਾਂ ਕਰਕੇ ਅਸੀਂ 175 ਦੇ ਵਿੱਚੋਂ 35 ਵਾਰ-ਵਾਰ ਘਟਾ ਕੇ ਇਹ ਦੇਖ ਸਕਦੇ ਹਾਂ ਕਿ ਕਾਸ਼ਵੀ ਨੇ ਹਰ ਇੱਕ ਬੱਚੇ ਨੂੰ ਕਿੰਨੀਆਂ ਟੌਫੀਆਂ ਦਿੱਤੀਆਂ। ਤੇ ਇਹਦੇ ਨਾਲ ਹੀ ਪਿਆਰੇ ਬੱਚਿਓ ਸਾਨੂੰ ਪਤਾ ਹੈ ਕਿ ਵਾਰ-ਵਾਰ ਘਟਾਉਣ ਦਾ ਸੰਕਲਪ ਹੈ ਉਹ ਭਾਗ ਦੇ ਰੂਪ ਵਿੱਚ ਹੈ ਤਾਂ ਅਸੀਂ ਇੱਥੇ 175 ਨੂੰ 35 ਨਾਲ ਭਾਗ ਕਰਕੇ ਵੀ ਦੇਖ ਸਕਦੇ ਹਾਂ। ਸੋ ਆਓ ਹੱਲ ਕਰਦੇ ਹਾਂ ਸਵਾਲ। ਕਾਸ਼ਵੀ ਨੇ ਜਨਮ ਦਿਨ 'ਤੇ ਲਿਆਂਦੀਆਂ ਟੌਫੀਆਂ 175, ਬੱਚਿਆਂ ਦੀ ਗਿਣਤੀ 35, ਹਰੇਕ ਬੱਚੇ ਨੂੰ ਕਿੰਨੀਆਂ ਟੌਫੀਆਂ ਆਉਣਗੀਆਂ? ਇਹ ਦੇਖਣ ਦੇ ਲਈ ਅਸੀਂ 175 ਨੂੰ 35 ਨਾਲ ਭਾਗ ਕਰਦੇ ਹਾਂ ਤੇ ਜਦੋਂ ਪਿਆਰੇ ਬੱਚਿਓ 175 ਨੂੰ 35 ਨਾਲ ਭਾਗ ਕਰਦੇ ਹਾਂ ਤਾਂ ਸਾਨੂੰ ਪ੍ਰਾਪਤ ਹੁੰਦਾ ਹੈ 5। ਇਸ ਦਾ ਭਾਵ ਹੈ ਹਰ ਇੱਕ ਬੱਚੇ ਨੂੰ 5 ਟਾਫੀਆਂ ਮਿਲੀਆਂ। ਸੋ ਹੁਣ ਸਮਾਂ ਹੈ ਘਰ ਦੇ ਕੰਮ ਦਾ। ਪਿਆਰੇ ਬੱਚਿਓ ਤੁਸੀਂ ਇਸੇ ਹੀ 2.9 ਦੇ 8ਵਾਂ 9ਵਾਂ ਅਤੇ 10ਵਾਂ ਸਵਾਲ ਆਪਣੀਆਂ ਕਾਪੀਆਂ ਤੇ ਆਪ ਹੱਲ ਕਰਨੇ ਹਨ। ਬਹੁਤ ਬਹੁਤ ਧੰਨਵਾਦ। Hello dear students, let's continue with the forms of verbs. I have already told you that there are 3 forms of verbs. Do you remember? Yes, first form, second form and third form. Right? Students, in the last class we have learnt how to change the form of some verbs into second or third form by just adding ed. For example, cook with ed becomes cooked. This is how we changed the first form of word cook into second and third form by just adding ed. Right? Today students we will learn about some words that don't change their forms. All the 3 forms are same. Isn't it interesting? Let's have a look. Students, cut. Cut is the first form of the verb and cut remains the same. Cut remains cut. When we change it into second or
third form. You can see here, all the three forms are same, right? Now students, let's have a look at some other examples. Hurt. Hurt is again the first form of the verb, and hurt remains hurt. Same when we change it into second or third form, right? Look here. All the three forms are same. Hurt, 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 right? Now students, hit. Hit is, yes, first form of the verb, and it remains hit. No change when we change it into second or third form, right? All the three forms of the word hit are same. You can see that, right? Now students, bet. Bet is, yes, first form of the verb, and bet remains bet when we change it into second or third form, right? All the three forms of the word bet are same. Bet, 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 right? Students, you can see here very clearly that these words have same forms. They do not change their forms. Now, let's learn about some words that do change their form, but their second and third forms are same. Okay, let's have a look. Students, make. Make is what? Make is the first form of the verb, and when we change it into second or third form, then make becomes made. Okay, look here. First form is make, second and third form made, made. Second and third forms are same, right? Now let's have a look at more examples. Pay. Pay is, yes, first form of the verb, and when we change it into second or third form, then pay becomes paid, right? Look here students, pay, paid, paid, right? Students, say. Say is first form of the verb, and when we change it into second or third form, then what happens? Say becomes said. Okay? You can see here, say, said, said, right? Now students, let's read it. Find. First form of the verb. When we change it into second or third form, then find becomes, yes, found. Look here students. Find, found, found. Right? Students, keep. Keep is what? First form of the verb. And when we change it into second or third form, then keep becomes kept. Right? Look here. Keep, kept, kept. Second and third forms are same. Dear students, you can see here that these words have same second and third forms. Right? I hope you have enjoyed the class. Now it's time for your homework. And your homework is to change the form of these given verbs. Put, tell, cost, sell, cry. So students, give your best and have a nice day ahead. ਬੱਚਿਆਂ ਨੂੰ ਅਧਿਆਪਕ ਨੇ ਵੱਖ-ਵੱਖ ਤਰ੍ਹਾਂ ਦੇ ਅਨਾਜ, ਤੇਲ ਅਤੇ ਦਾਲਾਂ ਬਾਰੇ ਜਾਣਕਾਰੀ ਦਿੱਤੀ। ਆਓ ਅੱਗੇ ਪੜ੍ਹਦੇ ਹਾਂ ਕਿ ਬੱਚਿਆਂ ਨੇ ਹੋਰ ਕੀ ਜਾਣਕਾਰੀ ਹਾਸਿਲ ਕੀਤੀ। ਇਸੇ ਦੌਰਾਨ ਖੁਸ਼ਮਨ ਦੇ ਪਿਤਾ ਜੀ ਨੇ ਸਾਰੇ ਬੱਚਿਆਂ ਨੂੰ ਬਾਗ ਵਿੱਚੋਂ ਤੋੜ ਕੇ ਤਾਜ਼ੇ ਕਿੰਨੂ ਖਾਣ ਲਈ ਦਿੱਤੇ। ਕਿਰਨ, ਅੰਕਲ, ਇਹ ਕਿੰਨੂ ਤਾਂ ਮੇਰੇ ਮਾਤਾ ਜੀ ਨੇ ਸਵੇਰੇ ਰੇਹੜੀ ਵਾਲੇ ਤੋਂ ਖਰੀਦੇ ਹਨ। ਉਸ ਕੋਲ ਇਹ ਕਿੰਨੂ ਕਿਵੇਂ ਪਹੁੰਚਦੇ ਹਨ? ਅਧਿਆਪਕ, ਬੱਚਿਓ, ਅੱਜ ਸਾਨੂੰ ਫਸਲਾਂ ਨੂੰ ਉਗਾਉਣ ਤੋਂ ਲੈ ਕੇ ਸਾਡੇ ਘਰ ਪਹੁੰਚਣ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਖੁਸ਼ਮਨ ਦੇ ਪਿਤਾ ਜੀ ਦੇਣਗੇ। ਪਿਤਾ ਜੀ, ਬੇਟਾ, ਵੱਖ-ਵੱਖ ਕਿਸਾਨ ਆਪਣੀ ਜ਼ਮੀਨ ਅਤੇ ਲੋੜ ਅਨੁਸਾਰ ਖੇਤਾਂ ਵਿੱਚ ਅਨਾਜ, ਦਾਲਾਂ, ਫਲ ਅਤੇ ਸਬਜ਼ੀਆਂ ਪੈਦਾ ਕਰਦੇ ਹਨ। ਸਭ ਤੋਂ ਪਹਿਲਾਂ ਖੇਤ ਨੂੰ ਟਰੈਕਟਰ ਜਾਂ ਬਲਦਾਂ ਦੀ ਮਦਦ ਨਾਲ ਚੰਗੀ ਤਰ੍ਹਾਂ ਵਾਹ ਕੇ
ਬਿਜਾਈ ਲਈ ਤਿਆਰ ਕਰ ਲਿਆ ਜਾਂਦਾ ਹੈ। ਫਿਰ ਮੌਸਮ ਅਨੁਸਾਰ ਅਸੀਂ ਫਸਲ ਬੀਜਦੇ ਹਾਂ। ਸਾਉਣੀ ਦੀ ਫਸਲ ਵਿੱਚ ਚਾਵਲ ਲਗਾਏ ਜਾਂਦੇ ਹਨ ਅਤੇ ਹਾੜੀ ਦੀ ਫਸਲ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਖੇਤਾਂ ਵਿੱਚ ਬੀਜ ਬੀਜਣ ਦੇ ਨਾਲ ਖਾਦ ਵੀ ਪਾਈ ਜਾਂਦੀ ਹੈ ਤਾਂ ਜੋ ਫਸਲ ਦੀ ਪੈਦਾਵਾਰ ਜ਼ਿਆਦਾ ਹੋ ਸਕੇ। ਫਸਲ ਨੂੰ ਸੋਕੇ ਤੋਂ ਬਚਾਉਣ ਲਈ ਸਮੇਂ-ਸਮੇਂ ਤੇ ਪਾਣੀ ਵੀ ਲਾਇਆ ਜਾਂਦਾ ਹੈ। ਸਮੇਂ-ਸਮੇਂ ਤੇ ਫਸਲ ਨੂੰ ਕੀਟਾਂ ਤੋਂ ਬਚਾਉਣ ਲਈ ਕੀਟਨਾਸ਼ਕ ਅਤੇ ਵਾਧੂ ਪੌਦਿਆਂ ਦੀ ਰੋਕਥਾਮ ਲਈ ਨਦੀਨਨਾਸ਼ਕ ਦਵਾਈਆਂ ਛਿੜਕੀਆਂ ਜਾਂਦੀਆਂ ਹਨ। ਲਗਭਗ 6 ਮਹੀਨਿਆਂ ਵਿੱਚ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਫਿਰ ਥ੍ਰੈਸ਼ਰ ਜਾਂ ਕੰਬਾਈਨ ਦੀ ਵਰਤੋਂ ਕਰਕੇ ਇਸ ਵਿੱਚੋਂ ਦਾਣੇ ਕੱਢ ਲਏ ਜਾਂਦੇ ਹਨ। ਸਬਜ਼ੀਆਂ ਅਤੇ ਫਲਾਂ ਨੂੰ ਹੱਥਾਂ ਨਾਲ ਤੋੜ ਲਿਆ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਭ ਸਮਝ ਆ ਗਿਆ ਹੋਵੇਗਾ। ਆਓ ਹੁਣ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਹੱਲ ਕਰੀਏ। ਪ੍ਰਸ਼ਨ ਨੰਬਰ 1, ਭਾਰਤ ਵਿੱਚ ਰੁੱਤਾਂ ਦੇ ਆਧਾਰ ਤੇ ਕਿਹੜੀਆਂ 2 ਤਰ੍ਹਾਂ ਦੀਆਂ ਫਸਲਾਂ ਮਿਲਦੀਆਂ ਹਨ? ਨੰਬਰ 1, ਹਾੜੀ ਦੀਆਂ ਫਸਲਾਂ। ਇਸ ਵਿੱਚ ਕਣਕ, ਜੌਂ, ਸਰੋਂ ਆਦਿ ਸ਼ਾਮਿਲ ਹੈ। ਨੰਬਰ 2, ਸਾਉਣੀ ਦੀਆਂ ਫਸਲਾਂ। ਇਸ ਵਿੱਚ ਚੌਲ, ਜਵਾਰ, ਬਾਜਰਾ, ਮੱਕੀ ਆਦਿ ਸ਼ਾਮਿਲ ਹੈ। ਪ੍ਰਸ਼ਨ ਨੰਬਰ 2, ਪੱਕੀ ਫਸਲ ਵਿੱਚੋਂ ਦਾਣੇ ਕਿਵੇਂ ਕੱਢੇ ਜਾਂਦੇ ਹਨ? ਉੱਤਰ, ਪੱਕੀ ਫਸਲ ਵਿੱਚੋਂ ਦਾਣੇ ਥ੍ਰੈਸ਼ਰ ਜਾਂ ਕੰਬਾਈਨ ਦੀ ਵਰਤੋਂ ਕਰਕੇ ਕੱਢੇ ਜਾਂਦੇ ਹਨ। ਘਰ ਦਾ ਕੰਮ। ਬੱਚਿਓ, ਤੁਸੀਂ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਆਪਣੀ ਕਾਪੀ ਉੱਤੇ ਲਿਖਣਾ ਅਤੇ ਯਾਦ ਕਰਨਾ ਹੈ। ਪਿਆਰੇ ਬੱਚਿਓ, ਵਿਸ਼ਾ ਪੰਜਾਬੀ, ਜਮਾਤ 5ਵੀਂ, ਪਾਠ 8ਵਾਂ, ਚਿੜੀਆ ਘਰ। ਆਓ ਬੱਚਿਓ, ਅਣਡਿੱਠੇ ਪਹਿਰੇ ਵਿੱਚੋਂ ਇੱਕ ਵਚਨ ਬਹੁਵਚਨ ਸ਼ਬਦ ਚੁਣ ਕੇ ਆਪਾਂ ਕਰਦੇ ਹਾਂ। ਆਓ ਬੱਚਿਓ, ਪਹਿਲਾਂ ਆਪਾਂ ਇਹ ਅਣਡਿੱਠਾ ਪਹਿਰਾ ਪੜ੍ਹਦੇ ਹਾਂ। ਤੁਸੀਂ ਵੀ ਮੇਰੇ ਨਾਲ ਇਸ ਪਹਿਰੇ ਨੂੰ ਪੜ੍ਹਨਾ ਹੈ। ਹਲਦੀ ਸਾਰਿਆਂ ਦੇ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦੀ ਸੀ। ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ ਸੀ। ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉੱਥੋਂ ਵਿਦਾ ਕੀਤਾ। ਜਿਹੜਾ ਸੂਤ ਨਾਨਕੇ ਘਰ ਰਹਿ ਕੇ ਹਲਦੀ ਨੇ ਕੱਤਿਆ ਸੀ, ਉਸ ਦੀ ਨਾਨੀ ਨੇ ਉਸ ਨੂੰ ਜੁਲਾਹੇ ਪਾਸੋਂ ਉੱਨ ਬਣਵਾ ਕੇ ਆਪਣੀ ਦੋਹਤੀ ਹਲਦੀ ਲਈ ਕੱਪੜੇ ਸਵਾ ਦਿੱਤੇ। ਮਾਮੀਆਂ ਨੇ ਖੋਏ ਦੀ ਮਠਿਆਈ ਬਣਾ ਕੇ ਉਸ ਦੇ ਲੜ ਬੰਨ੍ਹ ਦਿੱਤੀ। ਨਾਨੇ ਨੇ ਫਲਾਂ ਦੀ ਨਿੱਕੀ ਜਿਹੀ ਟੋਕਰੀ ਲਿਆ ਕੇ ਦਿੱਤੀ। ਮਾਮਿਆਂ ਤੇ ਮਾਸੀਆਂ ਨੇ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸ਼ਹਿਰੋਂ ਲਿਆ ਕੇ ਉਸ ਦੇ ਝੋਲੇ ਵਿੱਚ ਪਾ ਦਿੱਤੀਆਂ। ਹਲਦੀ ਵਾਪਸ ਘਰ ਜਾਂਦਿਆਂ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਭੱਠੀ ਵਾਲੀ ਮਾਈ ਨੂੰ ਮਿਲੀ ਤੇ ਕਹਿਣ ਲੱਗੀ, ਮਾਸੀ ਨੀ ਮਾਸੀ, ਤੇਰੀ ਧੀ ਧਿਆਣੀ ਘਰ ਚੱਲੀ। ਰਤਾ ਕੋ ਠਹਿਰ ਭਣੇਵੀਏ, ਮੇਰੇ ਕੋਲੋਂ ਕੁਝ ਭੁੰਨੇ ਹੋਏ ਛੋਲੇ ਲੈਂਦੀ ਜਾ। ਮਾਈ ਨੇ ਉਸ ਨੂੰ ਭੁੱਜੇ ਹੋਏ ਛੋਲੇ ਦਿੱਤੇ। ਆਓ ਬੱਚਿਓ, ਇਸ ਅਣਡਿੱਠੇ ਪਹਿਰੇ ਵਿੱਚੋਂ ਆਪਾਂ ਇੱਕ ਵਚਨ ਬਹੁਵਚਨ ਸ਼ਬਦ ਚੁਣ ਕੇ ਕਰਦੇ ਹਾਂ। ਪਹਿਲਾ ਸ਼ਬਦ ਹੈ ਆਪਣੇ ਕੋਲ ਪਰਿਵਾਰ। ਤਾਂ ਪਰਿਵਾਰ ਸ਼ਬਦ ਦਾ ਬਹੁਵਚਨ ਕੀ ਹੋਵੇਗਾ? ਪਰਿਵਾਰਾਂ। ਤਾਂ ਆਓ ਬੱਚਿਓ, ਉਸ ਤੋਂ ਅਗਲਾ ਸ਼ਬਦ ਆਪਾਂ ਲੈਂਦੇ ਹਾਂ। ਅਗਲਾ ਸ਼ਬਦ ਹੈ ਆਪਣੇ ਕੋਲ ਘਰ। ਤਾਂ ਘਰ ਸ਼ਬਦ ਦਾ ਬਹੁਵਚਨ ਆਪਾਂ ਕੀ ਬਣਾਵਾਂਗੇ? ਦੱਸੋ ਬੱਚਿਓ। ਸ਼ਾਬਾਸ਼। ਬਹੁਤ ਘਰ ਹੋਣ ਤਾਂ ਆਪਾਂ ਕੀ ਸ਼ਬਦ ਵਰਤਾਂਗੇ? ਘਰਾਂ। ਸ਼ਾਬਾਸ਼। ਆਓ ਬੱਚਿਓ, ਅਗਲਾ ਸ਼ਬਦ ਆਪਾਂ ਇਸ ਪਹਿਰੇ ਵਿੱਚੋਂ ਲੈਂਦੇ ਹਾਂ ਮਠਿਆਈ। ਬੱਚਿਓ, ਮਠਿਆਈ ਸ਼ਬਦ ਦਾ ਬਹੁਵਚਨ ਕੀ ਹੋਵੇਗਾ? ਦੱਸੋ ਬੱਚਿਓ। ਸ਼ਾਬਾਸ਼। ਮਠਿਆਈਆਂ। ਸ਼ਾਬਾਸ਼, ਬਿਲਕੁਲ ਸਹੀ। ਤਾਂ ਇਸ ਤਰ੍ਹਾਂ ਮਠਿਆਈ ਸ਼ਬਦ ਦਾ ਬਹੁਵਚਨ ਹੋਵੇਗਾ ਮਠਿਆਈਆਂ। ਆਓ ਬੱਚਿਓ, ਅਗਲਾ ਸ਼ਬਦ ਕਰਦੇ ਹਾਂ। ਅਗਲਾ ਸ਼ਬਦ ਹੈ ਆਪਣੇ ਕੋਲ ਟੋਕਰੀ। ਤਾਂ ਟੋਕਰੀ ਸ਼ਬਦ ਦਾ ਬਹੁਵਚਨ ਕੀ ਹੋਵੇਗਾ? ਸ਼ਾਬਾਸ਼। ਦੱਸੋ ਬੱਚਿਓ। ਟੋਕਰੀਆਂ। ਸ਼ਾਬਾਸ਼, ਬਿਲਕੁਲ ਸਹੀ। ਆਓ ਬੱਚਿਓ, ਉਸ ਤੋਂ ਬਾਅਦ ਆਪਾਂ ਇਸ ਅਣਡਿੱਠੇ ਪਹਿਰੇ ਵਿੱਚੋਂ ਇੱਕ ਹੋਰ ਸ਼ਬਦ ਲੈਂਦੇ ਹਾਂ
ਜੁਲਾਹੇ। ਪਿਆਰੇ ਬੱਚਿਓ, ਜੁਲਾਹੇ ਸ਼ਬਦ ਬਹੁਵਚਨ ਹੈ ਤਾਂ ਇਸ ਦਾ ਇੱਕ ਵਚਨ ਸ਼ਬਦ ਕੀ ਹੋਵੇਗਾ? ਦੱਸੋ ਬੱਚਿਓ। ਸ਼ਾਬਾਸ਼, ਜੁਲਾਹਾ। ਬਿਲਕੁਲ ਸਹੀ। ਤਾਂ ਆਓ ਬੱਚਿਓ, ਇਸ ਪਹਿਰੇ ਵਿੱਚੋਂ ਆਪਾਂ ਅਗਲਾ ਸ਼ਬਦ ਲੈਂਦੇ ਹਾਂ। ਅਗਲਾ ਸ਼ਬਦ ਹੈ ਕੱਪੜੇ। ਤਾਂ ਪਿਆਰੇ ਬੱਚਿਓ, ਕੱਪੜੇ ਸ਼ਬਦ ਦਾ ਇੱਕ ਵਚਨ ਸ਼ਬਦ ਕੀ ਹੋਵੇਗਾ? ਕੱਪੜੇ ਸ਼ਬਦ ਬਹੁਵਚਨ ਹੈ, ਇਸ ਦਾ ਇੱਕ ਵਚਨ ਸ਼ਬਦ ਹੋਵੇਗਾ ਸ਼ਾਬਾਸ਼, ਕੱਪੜਾ। ਬਿਲਕੁਲ ਸਹੀ। ਤਾਂ ਆਓ ਬੱਚਿਓ, ਉਸ ਤੋਂ ਬਾਅਦ ਆਪਾਂ ਅਗਲਾ ਸ਼ਬਦ ਲੈਂਦੇ ਹਾਂ ਫਲਾਂ। ਤਾਂ ਫਲਾਂ ਸ਼ਬਦ ਬਹੁਵਚਨ ਹੈ ਤਾਂ ਇਸ ਦਾ ਇੱਕ ਵਚਨ ਸ਼ਬਦ ਆਪਾਂ ਕੀ ਬਣਾਵਾਂਗੇ? ਸ਼ਾਬਾਸ਼, ਦੱਸੋ ਬੱਚਿਓ। ਫਲ। ਸ਼ਾਬਾਸ਼, ਬਿਲਕੁਲ ਸਹੀ। ਤਾਂ ਇਸ ਤਰ੍ਹਾਂ ਫਲਾਂ ਸ਼ਬਦ ਦਾ ਇੱਕ ਵਚਨ ਸ਼ਬਦ ਬਣਿਆ ਫਲ। ਤਾਂ ਆਓ ਬੱਚਿਓ, ਉਸ ਤੋਂ ਅਗਲਾ ਸ਼ਬਦ ਲੈਂਦੇ ਹਾਂ ਝੋਲੇ। ਤਾਂ ਝੋਲੇ ਸ਼ਬਦ ਬਹੁਵਚਨ ਹੈ ਤਾਂ ਇਸ ਦਾ ਇੱਕ ਵਚਨ ਸ਼ਬਦ ਕੀ ਹੋਵੇਗਾ? ਦੱਸੋ ਬੱਚਿਓ। ਸ਼ਾਬਾਸ਼, ਝੋਲਾ। ਬਿਲਕੁਲ ਸਹੀ। ਤਾਂ ਆਓ ਬੱਚਿਓ, ਅਗਲਾ ਸ਼ਬਦ ਲੈਂਦੇ ਹਾਂ ਪਹਿਰੇ ਵਿੱਚੋਂ ਨਿੱਕੀਆਂ। ਤਾਂ ਨਿੱਕੀਆਂ ਸ਼ਬਦ ਬਹੁਵਚਨ ਹੈ ਤਾਂ ਇਸ ਦਾ ਇੱਕ ਵਚਨ ਸ਼ਬਦ ਕੀ ਹੋਵੇਗਾ? ਦੱਸੋ ਬੱਚਿਓ। ਸ਼ਾਬਾਸ਼, ਨਿੱਕੀ। ਬਿਲਕੁਲ ਸਹੀ। ਪਿਆਰੇ ਬੱਚਿਓ, ਹੁਣ ਤੁਸੀਂ ਆਪਣੇ ਘਰ ਦਾ ਕੰਮ ਲਿਖ ਲਵੋ। ਇਹਨਾਂ ਕਰਵਾਏ ਹੋਏ ਇੱਕ ਵਚਨ ਬਹੁਵਚਨ ਸ਼ਬਦਾਂ ਨੂੰ ਤੁਸੀਂ ਆਪਣੀ ਕਾਪੀ ਦੇ ਉੱਤੇ ਸੋਹਣਾ ਸੋਹਣਾ ਕਰਕੇ ਲਿਖਣਾ ਹੈ ਅਤੇ ਇਸ ਪਹਿਰੇ ਵਿੱਚੋਂ ਕੁਝ ਹੋਰ ਇੱਕ ਵਚਨ ਬਹੁਵਚਨ ਸ਼ਬਦ ਵੀ ਲਿਖਣੇ ਹਨ। ਸਤਿ ਸ੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਕਰਾਂਗੇ ਜਮਾਤ 5ਵੀਂ ਦਾ ਵਿਸ਼ਾ ਗਣਿਤ। ਮੈਂ ਤੁਹਾਨੂੰ ਵੱਖ-ਵੱਖ ਸੰਖਿਆਵਾਂ ਦੇ ਗੁਣਨਖੰਡ ਕਰਨੇ ਸਿਖਾਵਾਂਗੀ। ਚਲੋ ਸ਼ੁਰੂ ਕਰਦੇ ਹਾਂ। ਪਿਆਰੇ ਬੱਚਿਓ, ਚਲੋ ਅਸੀਂ ਖੇਡ ਵਿੱਚ ਗੁਣਨਖੰਡ ਕਰਨੇ ਸਿੱਖਦੇ ਹਾਂ। ਆ ਮੇਰੇ ਕੋਲ 6 ਬਲਾਕਸ ਹਨ। ਇਹਨਾਂ ਨੂੰ ਮੈਂ ਵੱਖ-ਵੱਖ ਤਰੀਕਿਆਂ ਨਾਲ ਰੱਖ ਕੇ ਵੇਖਦੀ ਹਾਂ। ਕਤਾਰ ਵਿੱਚ 6 ਬਲਾਕਸ ਹਨ। ਇਹਨਾਂ ਨੂੰ ਅਸੀਂ ਗੁਣਾ ਰੂਪ ਵਿੱਚ ਕਿਵੇਂ ਲਿਖ ਸਕਦੇ ਹਾਂ? 1 ਗੁਣਾ 6 ਬਰਾਬਰ ਹੈ 6। ਮੈਂ ਇਹਨਾਂ ਬਲਾਕਸ ਨੂੰ 6 ਕਤਾਰਾਂ ਵਿੱਚ ਰੱਖ ਲਿਆ ਹੈ। ਹਰ ਇੱਕ ਕਤਾਰ ਵਿੱਚ ਇੱਕ ਇੱਕ ਬਲਾਕ ਹੈ। ਇਸ ਨੂੰ ਅਸੀਂ ਗੁਣਾ ਰੂਪ ਵਿੱਚ ਕਿਵੇਂ ਲਿਖਾਂਗੇ? 6 ਗੁਣਾ 1 ਬਰਾਬਰ ਹੈ 6। ਪਿਆਰੇ ਬੱਚਿਓ, ਹੁਣ ਮੈਂ ਇਹਨਾਂ ਬਲਾਕਸ ਨੂੰ 2 ਕਤਾਰਾਂ ਵਿੱਚ ਰੱਖਿਆ ਹੈ। ਹਰ ਕਤਾਰ ਵਿੱਚ 3-3 ਦੇ ਬਰਾਬਰ ਦੇ ਸਮੂਹ ਬਣ ਗਏ ਹਨ। ਸੋ ਇਸ ਨੂੰ ਅਸੀਂ ਗੁਣਾ ਰੂਪ ਵਿੱਚ ਕਿਵੇਂ ਲਿਖ ਸਕਦੇ ਹਾਂ? 2 ਗੁਣਾ 3 ਬਰਾਬਰ ਹੈ 6। ਪਿਆਰੇ ਬੱਚਿਓ, ਹੁਣ ਮੈਂ ਇਹ ਬਲਾਕ 3 ਕਤਾਰਾਂ ਵਿੱਚ ਰੱਖੇ ਹਨ। ਹਰ ਕਤਾਰ ਵਿੱਚ 2-2 ਬਲਾਕ ਹਨ, ਭਾਵ ਹਰ ਕਤਾਰ ਵਿੱਚ ਬਰਾਬਰ ਦੇ ਸਮੂਹ ਹਨ। ਇਹਨਾਂ ਨੂੰ ਅਸੀਂ ਗੁਣਾ ਰੂਪ ਵਿੱਚ ਇਸ ਤਰ੍ਹਾਂ ਲਿਖਾਂਗੇ 3 ਗੁਣਾ 2 ਬਰਾਬਰ ਹੈ 6। ਬੇਟਾ, ਹੁਣ ਮੈਂ ਇਹਨਾਂ ਬਲਾਕਸ ਨੂੰ 4 ਕਤਾਰਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਕਤਾਰ 'ਚ 2, ਦੂਸਰੀ 'ਚ 2, ਤੀਸਰੀ ਤੇ ਚੌਥੀ ਕਤਾਰ ਵਿੱਚ ਇੱਕ ਇੱਕ ਬਲਾਕ ਹੈ। ਪਰ ਬੇਟਾ, ਮੈਂ ਇਹਨਾਂ ਬਲਾਕਸ ਨੂੰ ਬਰਾਬਰ ਦੇ ਸਮੂਹਾਂ ਵਿੱਚ ਨਹੀਂ ਰੱਖ ਸਕੀ, ਸੋ ਅਸੀਂ ਇਸ ਨੂੰ ਗੁਣਾ ਰੂਪ ਵਿੱਚ ਨਹੀਂ ਲਿਖ ਸਕਦੇ। ਹੁਣ ਜਦੋਂ ਮੈਂ ਇਹਨਾਂ ਬਲਾਕਸ ਨੂੰ 5 ਕਤਾਰਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਹਰ ਕਤਾਰ ਵਿੱਚ ਇੱਕੋ ਜਿਹੇ ਸਮੂਹ ਨਹੀਂ ਬਣਾ ਸਕੀ। ਪਹਿਲੀ ਕਤਾਰ ਵਿੱਚ 2 ਬਲਾਕਸ ਹਨ, ਦੂਸਰੀ, ਤੀਸਰੀ, ਚੌਥੀ ਤੇ 5ਵੀਂ ਕਤਾਰ ਵਿੱਚ ਇੱਕ ਇੱਕ ਬਲਾਕ ਹੈ। ਸੋ ਇਸ ਨੂੰ ਵੀ ਗੁਣਾ ਰੂਪ ਵਿੱਚ ਨਹੀਂ ਲਿਖਿਆ ਜਾ ਸਕਦਾ। ਕਿਹੜੇ ਕਿਹੜੇ ਤਰੀਕੇ ਨਾਲ ਬਲਾਕਸ ਰੱਖ ਕੇ ਗੁਣਾ ਰੂਪ ਵਿੱਚ ਲਿਖਿਆ ਜਾ ਸਕਦਾ ਹੈ? 1 ਗੁਣਾ 6, 6 ਗੁਣਾ 1, 2 ਗੁਣਾ 3, 3 ਗੁਣਾ 2। ਪਿਆਰੇ ਬੱਚਿਓ, ਅਸੀਂ ਸਿੱਖ ਚੁੱਕੇ ਹਾਂ ਕਿ ਗੁਣਾ ਕਰਨ ਵੇਲੇ ਅੰਕਾਂ ਦੀ ਤਰਤੀਬ ਬਦਲਣ ਨਾਲ ਗੁਣਨਫਲ ਤੇ ਕੋਈ ਫਰਕ ਨਹੀਂ ਪੈਂਦਾ। ਸੋ ਪਿਆਰੇ ਬੱਚਿਓ, ਇਸ ਦਾ ਭਾਵ 1, 2, 3 ਅਤੇ 6 ਸੰਖਿਆ 6 ਦੇ ਗੁਣਨਖੰਡ ਹਨ। ਸੋ 6 ਦੇ ਗੁਣਨਖੰਡ ਹਨ 1, 2, 3, 6। ਬੱਚਿਓ, ਅਸੀਂ ਗੁਣਨਖੰਡ ਦੀ ਇੱਕ ਹੋਰ ਉਦਾਹਰਣ ਕਰਦੇ ਹਾਂ। ਮੈਡਮ ਨੇ ਜਮਾਤ ਦੇ ਸਾਰੇ ਬੱਚਿਆਂ ਨੂੰ 8-8 ਬਟਨ ਦਿੱਤੇ ਅਤੇ ਇਹਨਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਤਰਤੀਬ ਵਿੱਚ ਰੱਖਣ ਲਈ ਕਿਹਾ। ਮੈਡਮ ਨੇ ਕਿਹਾ, ਬੱਚਿਓ, ਕਿਸੇ ਦਾ ਵੀ ਤਰੀਕਾ ਦੂਸਰੇ ਦੇ ਤਰੀਕੇ ਨਾਲ ਮੇਲ ਨਹੀਂ ਖਾਂਦਾ ਹੋਣਾ ਚਾਹੀਦਾ। ਸੁਖਮਨ ਨੇ ਇਹਨਾਂ ਬਟਨਾਂ ਨੂੰ ਇਸ ਤਰ੍ਹਾਂ
ਇੱਕ ਕਤਾਰ ਵਿੱਚ ਰੱਖਿਆ। ਇਸ ਨੂੰ ਅਸੀਂ ਗੁਣਾ ਰੂਪ ਵਿੱਚ ਕਿਵੇਂ ਲਿਖ ਸਕਦੇ ਹਾਂ? 1 ਗੁਣਾ 8 ਬਰਾਬਰ 8। ਅਰਪਨ ਨੇ ਇਹਨਾਂ ਬਟਨਾਂ ਨੂੰ 2 ਕਤਾਰਾਂ ਵਿੱਚ ਰੱਖਿਆ ਹੈ। ਹਰ ਕਤਾਰ ਵਿੱਚ 4-4 ਬਟਨ ਹਨ, ਭਾਵ ਬਰਾਬਰ ਦੇ ਸਮੂਹ ਹਨ। ਇਸ ਨੂੰ ਅਸੀਂ ਗੁਣਾ ਰੂਪ ਵਿੱਚ ਇਵੇਂ ਲਿਖਾਂਗੇ 2 ਗੁਣਾ 4 ਬਰਾਬਰ ਹੈ 8। ਰਾਹਤ ਨੇ ਇਹਨਾਂ ਬਟਨਾਂ ਨੂੰ 3 ਕਤਾਰਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ। ਪਹਿਲੀ ਤੇ ਦੂਜੀ ਕਤਾਰ ਵਿੱਚ 3-3 ਬਟਨ ਹਨ, ਪਰ ਤੀਸਰੀ ਕਤਾਰ ਵਿੱਚ ਕੇਵਲ 2 ਹੀ ਬਟਨ ਹਨ। ਉਹ ਬਰਾਬਰ ਦੇ ਸਮੂਹ ਨਹੀਂ ਬਣਾ ਪਾਈ। ਇਸ ਕਰਕੇ ਇਸ ਨੂੰ ਅਸੀਂ ਗੁਣਾ ਰੂਪ ਵਿੱਚ ਨਹੀਂ ਲਿਖ ਸਕਦੇ। ਹਰ ਨੇ ਇਹਨਾਂ ਬਟਨਾਂ ਨੂੰ 4 ਕਤਾਰਾਂ ਵਿੱਚ ਰੱਖਿਆ। ਹਰ ਕਤਾਰ ਵਿੱਚ 2-2 ਬਟਨ ਹਨ, ਭਾਵ ਬਰਾਬਰ ਦੇ ਸਮੂਹ ਹਨ। ਸੋ ਇਸ ਨੂੰ ਅਸੀਂ ਗੁਣਾ ਰੂਪ ਵਿੱਚ ਕਿਵੇਂ ਲਿਖਾਂਗੇ? 4 ਗੁਣਾ 2 ਬਰਾਬਰ ਹੈ 8। ਸਾਹਿਬ ਨੇ ਇਹਨਾਂ 8 ਬਟਨਾਂ ਨੂੰ 5 ਕਤਾਰਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ। ਪਹਿਲੀ, ਦੂਜੀ ਅਤੇ ਤੀਸਰੀ ਕਤਾਰ ਵਿੱਚ 2-2 ਬਟਨ ਹਨ। ਚੌਥੀ ਤੇ ਪੰਜਵੀਂ ਵਿੱਚ 1-1 ਹੈ, ਭਾਵ ਇਹ ਬਰਾਬਰ ਦੇ ਸਮੂਹ ਨਹੀਂ ਹਨ। ਸੋ ਇਸ ਨੂੰ ਅਸੀਂ ਗੁਣਾ ਰੂਪ ਵਿੱਚ ਨਹੀਂ ਲਿਖ ਸਕਦੇ। ਸਿਫਤ ਨੇ ਇਹਨਾਂ ਬਟਨਾਂ ਨੂੰ 6 ਕਤਾਰਾਂ ਵਿੱਚ ਰੱਖਿਆ। ਪਹਿਲੀ ਤੇ ਦੂਜੀ ਕਤਾਰ ਵਿੱਚ 2-2 ਬਟਨ ਹਨ। ਤੀਸਰੀ, ਚੌਥੀ, ਪੰਜਵੀਂ ਤੇ ਛੇਵੀਂ ਕਤਾਰ ਵਿੱਚ 1-1 ਬਟਨ ਹੈ, ਭਾਵ ਸਾਰੀਆਂ ਕਤਾਰਾਂ ਦੇ ਵਿੱਚ ਬਰਾਬਰ ਦੇ ਸਮੂਹ ਨਹੀਂ ਹਨ। ਸੋ ਇਸ ਨੂੰ ਅਸੀਂ ਗੁਣਾ ਰੂਪ ਵਿੱਚ ਨਹੀਂ ਲਿਖ ਸਕਦੇ। ਰਮਨ ਨੇ ਇਹਨਾਂ 8 ਬਟਨਾਂ ਨੂੰ 7 ਕਤਾਰਾਂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ। ਪਿਆਰੇ ਬੱਚਿਓ, ਪਹਿਲੀ ਕਤਾਰ ਵਿੱਚ 2 ਬਟਨ ਹਨ ਤੇ ਬਾਕੀ 6 ਕਤਾਰਾਂ ਵਿੱਚ 1-1 ਬਟਨ ਹੈ। ਸੋ ਪਿਆਰੇ ਬੱਚਿਓ, ਇੱਥੇ ਉਹ ਬਰਾਬਰ ਦੇ ਸਮੂਹ ਨਹੀਂ ਬਣਾ ਸਕਿਆ। ਸੋ ਇਸ ਨੂੰ ਅਸੀਂ ਗੁਣਾ ਰੂਪ ਵਿੱਚ ਨਹੀਂ ਲਿਖ ਸਕਦੇ। ਪਿਆਰੇ ਬੱਚਿਓ, ਅਮਨ ਨੇ ਇਹਨਾਂ ਬਟਨਾਂ ਨੂੰ 8 ਕਤਾਰਾਂ ਵਿੱਚ ਰੱਖਿਆ। ਹਰ ਕਤਾਰ ਵਿੱਚ 1-1 ਬਟਨ ਹੈ, ਭਾਵ ਹਰ ਕਤਾਰ ਵਿੱਚ ਇੱਕੋ ਜਿਹੀ ਗਿਣਤੀ ਹੈ। ਸੋ ਇਸ ਨੂੰ ਅਸੀਂ ਗੁਣਾ ਰੂਪ ਵਿੱਚ ਕਿਵੇਂ ਲਿਖ ਸਕਦੇ ਹਾਂ? 8 ਗੁਣਾ 1 ਬਰਾਬਰ ਹੈ 8। ਸੋ ਬੱਚਿਓ, ਕਿਹੜੇ ਬੱਚਿਆਂ ਵੱਲੋਂ ਰੱਖੇ ਬਟਨ ਗੁਣਾ ਰੂਪ ਵਿੱਚ ਲਿਖੇ ਜਾ ਸਕਦੇ ਹਨ? ਸੁਖਮਨ, ਅਰਪਨ, ਅਮਨ ਤੇ ਬਹਾਰ। ਸੋ ਪਿਆਰੇ ਬੱਚਿਓ, ਇਸ ਦਾ ਭਾਵ ਹੈ 1, 2, 4 ਅਤੇ 8 ਸੰਖਿਆ 8 ਦੇ ਗੁਣਨਖੰਡ ਹਨ। ਸੋ ਬੱਚਿਓ, 8 ਦੇ ਗੁਣਨਖੰਡ ਹਨ 1, 2, 4, 8। ਤੁਸੀਂ ਸਾਰੇ ਬੱਚਿਆਂ ਨੇ ਆਪਣੇ ਘਰਾਂ ਤੋਂ ਇਹਨਾਂ ਬਟਨਸ ਜਾਂ ਬਲੌਕਸ ਦੇ ਨਾਲ ਵੱਖ-ਵੱਖ ਸੰਖਿਆਵਾਂ ਦੇ ਗੁਣਨਖੰਡ ਕਰਨ ਦਾ ਅਭਿਆਸ ਕਰਨਾ ਹੈ। ਧੰਨਵਾਦ। I love Grandma, I love Grandpa, yes I do, yes I do. Today is the special day. Yes students, today is a very special day as your little friend wants you to meet his grandma. Let's go. Grandmother and I, we often sigh at the big adult world, an alien world. Grandmother and I. Child says, grandmother and I. Recall, grandparents are very special and grandmothers are our best friends. We love them. Grandparents take care of us, and grandmother, child's grandmother also loves him. So the child here says grandmother and I. Who is I here? Yes, the child. We often sigh. Children, here child says we often sigh. We is, yes, child and his grandmother. They are we.
child and grandmother are we. Often, students, often means usually. The things that we do very often, usually. My grandmother often visits me. My grandmother often hugs me. Sigh. The new word is sigh. Sigh is when we take a deep breath. So the child says, we often take a deep breath. We often sigh with a warmth at the big adult world. The big, you understand? It's larger than the child. Big adult world. For the child, the world is big and adult because everyone around the child is grown up and mature. His aunt is grown up and mature and busy in her work. His father is grown up and mature, adult man. Right, he is busy in his work. His aunt or nurse, she is grown up. Or a doctor, he is also grown up. Everyone around him is adult and mature. Even his uncle who takes swift moves to go to the office. And even his grandpa, he is a mature man. So, adult world around him is full of the grown-ups and mature people. So, the child and his grandma, they often look at the big adult world. An alien world. An alien world. Now, alien is someone whom we don't know. I don't know this person. He is alien to me. And our teachers often say, don't ever talk to strangers, odd people, unfamiliar people. They can harm us. So, alien is a stranger whom we don't know. I don't know them, so they are alien to me. So, the world to the child and his grandma is an alien world. Children, it's time for homework. Try to recite these stanzas on your own. Keep learning. Thank you. ਪਿਆਰੇ ਬੱਚਿਓ, ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਤੁਹਾਡੇ ਮੰਮੀ ਜੀ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਸਵਾਦਲੇ ਭੋਜਨ ਪਦਾਰਥ ਬਣਾ ਕੇ ਖਵਾਉਂਦੇ ਹਨ। ਤੁਸੀਂ ਬ੍ਰੈਡ, ਰੋਟੀ, ਦਾਲ, ਚਾਵਲ, ਸਬਜ਼ੀਆਂ ਆਦਿ ਖਾਂਦੇ ਹੋ। ਤੁਹਾਡੇ ਮੰਮੀ ਜੀ ਇਹਨਾਂ ਭੋਜਨ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹਨਾਂ ਦੀ ਸਾਂਭ ਸੰਭਾਲ ਵੀ ਕਰਦੇ ਹਨ। ਪਾਠ 10 ਖਾਦ ਪਦਾਰਥਾਂ ਦੀ ਸਾਂਭ ਸੰਭਾਲ ਵਿੱਚ ਆਪਾਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਅੱਜ ਆਪਾਂ ਜਲਦੀ ਅਤੇ ਦੇਰ ਨਾਲ ਖਰਾਬ ਹੋਣ ਵਾਲੇ ਖਾਦ ਪਦਾਰਥਾਂ ਬਾਰੇ ਗੱਲਬਾਤ ਕਰਾਂਗੇ ਤੇ ਕੁਝ ਨਵਾਂ ਸਿੱਖਾਂਗੇ। ਤੇ ਆਓ ਫਿਰ ਕਰਦੇ ਹਾਂ ਜੀ ਸ਼ੁਰੂ। ਗੌਰਵ ਦੇ ਪਿਤਾ ਜੀ ਬਾਜ਼ਾਰ ਵਿੱਚੋਂ ਰਾਸ਼ਨ ਦੇ ਨਾਲ-ਨਾਲ ਬੇਕਰੀ ਤੋਂ ਬ੍ਰੈਡ ਵੀ ਲੈ ਕੇ ਆਏ। ਉਸਨੇ ਕੁਝ ਟੁਕੜੇ ਜੈਮ ਲਾ ਕੇ ਖਾ ਲਏ ਅਤੇ ਬਾਕੀ ਬਚਦੇ ਰਸੋਈ ਵਿੱਚ ਰੱਖ ਦਿੱਤੇ। ਕੁਝ ਦਿਨਾਂ ਬਾਅਦ ਉਸਨੇ ਬ੍ਰੈਡ ਖਾਣ ਲਈ ਦੁਬਾਰਾ ਪੈਕੇਟ ਖੋਲ੍ਹਿਆ ਅਤੇ ਦੇਖਿਆ ਕਿ ਸਾਰੀ ਹੀ ਬ੍ਰੈਡ ਉੱਪਰ
ਹਰੇ ਅਤੇ ਕਾਲੇ ਰੰਗ ਦੇ ਧੱਬੇ ਪਏ ਹੋਏ ਸਨ। ਉਸਨੇ ਹੈਰਾਨ ਹੋ ਕੇ ਬ੍ਰੈਡ ਦੇ ਖਰਾਬ ਹੋਣ ਬਾਰੇ ਆਪਣੇ ਮਾਤਾ ਜੀ ਨੂੰ ਪੁੱਛਿਆ। ਮੰਮੀ ਜੀ, ਇਹ ਬ੍ਰੈਡ ਨੂੰ ਕੀ ਹੋ ਗਿਆ? ਬੇਟਾ, ਇਹ ਹੁਣ ਖਾਣਯੋਗ ਨਹੀਂ ਰਹੇ। ਇਹਨਾਂ ਨੂੰ ਜ਼ਿਆਦਾ ਦਿਨ ਰੱਖਣ ਤੇ ਧੱਬਿਆਂ ਦੇ ਰੂਪ ਵਿੱਚ ਉੱਲੀ ਲੱਗ ਗਈ ਹੈ। ਇਹਨਾਂ ਨੂੰ ਖਾਣ ਤੇ ਅਸੀਂ ਬਿਮਾਰ ਹੋ ਸਕਦੇ ਹਾਂ। ਅਸੀਂ ਦੇਖ ਕੇ, ਸੁੰਘ ਕੇ, ਛੂਹ ਕੇ ਜਾਂ ਖਾ ਕੇ ਖਰਾਬ ਭੋਜਨ ਦੀ ਪਹਿਚਾਣ ਕਰ ਸਕਦੇ ਹਾਂ। ਮੰਮੀ ਜੀ, ਬ੍ਰੈਡ ਦੇ ਨਾਲ ਲਿਆਂਦੇ ਚਾਵਲ, ਦਾਲਾਂ ਅਤੇ ਹੋਰ ਖਾਦ ਪਦਾਰਥਾਂ ਬਿਲਕੁਲ ਵੀ ਖਰਾਬ ਨਹੀਂ ਹੋਏ। ਇਹ ਕਿਉਂ? ਬੇਟਾ, ਹਰੀਆਂ ਸਬਜ਼ੀਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮਠਿਆਈਆਂ, ਮੀਟ, ਬ੍ਰੈਡ ਅਤੇ ਨਮੀ ਵਾਲੇ ਖਾਦ ਪਦਾਰਥ ਜਲਦੀ ਖਰਾਬ ਹੋ ਜਾਂਦੇ ਹਨ, ਜਦਕਿ ਸੁੱਕੇ ਅਨਾਜ, ਕਣਕ, ਚਾਵਲ, ਮੱਕੀ, ਬਾਜਰਾ, ਦਾਲਾਂ ਆਦਿ ਕਈ ਮਹੀਨਿਆਂ ਤੱਕ ਖਰਾਬ ਨਹੀਂ ਹੁੰਦੇ। ਇਸ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਲਈ ਆਪਾਂ ਇੱਕ ਕਿਰਿਆ ਕਰਦੇ ਹਾਂ। ਇਸ ਲਈ ਅਸੀਂ ਵੱਖ-ਵੱਖ ਭੋਜਨ ਪਦਾਰਥ ਜਿਵੇਂ ਕਿ ਬ੍ਰੈਡ, ਰੋਟੀ, ਦਾਲਾਂ, ਕਣਕ, ਸਬਜ਼ੀਆਂ ਲਵਾਂਗੇ। ਇਹਨਾਂ ਭੋਜਨ ਪਦਾਰਥਾਂ ਨੂੰ ਅਸੀਂ ਖੁੱਲ੍ਹੇ ਵਿੱਚ ਰੱਖ ਦੇਵਾਂਗੇ। 5 ਜਾਂ 6 ਦਿਨਾਂ ਬਾਅਦ ਅਸੀਂ ਇਹਨਾਂ ਭੋਜਨ ਪਦਾਰਥਾਂ ਦੀ ਜਾਂਚ ਕਰਾਂਗੇ ਕਿ ਆਸ-ਪਾਸ ਦੇ ਵਾਤਾਵਰਣ ਦਾ ਇਹਨਾਂ ਉੱਪਰ ਕੀ ਪ੍ਰਭਾਵ ਪਿਆ ਹੈ। ਬੱਚਿਓ, ਬ੍ਰੈਡ, ਰੋਟੀ ਤੇ ਸਬਜ਼ੀਆਂ ਜਲਦੀ ਖਰਾਬ ਹੋ ਗਏ ਕਿਉਂਕਿ ਇਹਨਾਂ ਵਿੱਚ ਨਮੀ ਜ਼ਿਆਦਾ ਮਾਤਰਾ ਵਿੱਚ ਸੀ। ਉੱਥੇ ਹੀ ਕਣਕ ਅਤੇ ਦਾਲਾਂ ਬਿਲਕੁਲ ਵੀ ਖਰਾਬ ਨਹੀਂ ਹੋਏ ਕਿਉਂਕਿ ਇਹ ਨਮੀ ਰਹਿਤ ਸਨ। ਇਸ ਕਿਰਿਆ ਰਾਹੀਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਜਲਦੀ ਅਤੇ ਦੇਰ ਨਾਲ ਖਰਾਬ ਹੋਣ ਵਾਲੇ ਭੋਜਨ ਪਦਾਰਥਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਸੋ ਹੁਣ ਸਮਾਂ ਹੈ ਘਰ ਦੇ ਕੰਮ ਦਾ। ਬੱਚਿਓ, ਤੁਸੀਂ ਪੰਨਾ ਨੰਬਰ 62 ਉੱਪਰ ਦਿੱਤੇ ਪ੍ਰਸ਼ਨ ਨੰਬਰ 1, ਕਿਹੜੇ ਭੋਜਨ ਪਦਾਰਥ ਜਲਦੀ ਖਰਾਬ ਹੋ ਜਾਂਦੇ ਹਨ? ਪ੍ਰਸ਼ਨ ਨੰਬਰ 2, ਕਿਹੜੇ ਭੋਜਨ ਪਦਾਰਥ ਜਲਦੀ ਖਰਾਬ ਨਹੀਂ ਹੁੰਦੇ? ਬਹੁਤ ਹੀ ਸੁੰਦਰ ਲਿਖਾਈ ਵਿੱਚ ਆਪਣੀਆਂ ਕਾਪੀਆਂ ਉੱਪਰ ਲਿਖਣੇ ਹਨ ਤੇ ਦੁਹਰਾਈ ਕਰਨੀ ਹੈ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਆਪਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਦੀ ਸੁੰਦਰ ਲਿਖਾਈ ਦੇ ਉੱਤੇ ਕੰਮ ਕਰਦੇ ਪਏ ਆ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਸੀ ਵੀ ਕੋਈ ਵੀ ਨਵੀਂ ਚੀਜ਼ ਨਹੀਂ ਦੱਸ ਰਿਹਾ। ਮੈਂ ਤੁਹਾਨੂੰ ਜੋ ਤੁਹਾਡੇ ਕਾਇਦੇ ਦੇ ਉੱਤੇ ਜਾਂ ਤੁਹਾਡੀ ਕਿਤਾਬ ਦੇ ਉੱਤੇ ਬਣਤਰ ਬਣੀ ਹੋਈ ਆ ਉਹਨੂੰ ਹੀ ਇੱਕ ਅਲੱਗ ਦ੍ਰਿਸ਼ਟੀਕੋਣ ਤੋਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ। ਸੋ ਅੱਜ ਬੱਚੇ ਆਪਾਂ ਜਿਹੜਾ ਹੈਗਾ ਆ ਚੌਥੇ ਸੈੱਟ ਦੇ ਤੀਜੇ ਅੱਖਰ ਤੇ ਪਹੁੰਚ ਗਏ ਹੋਏ ਆ। ਚੌਥੇ ਸੈੱਟ ਦਾ ਤੀਜਾ ਅੱਖਰ ਡੱਡਾ। ਤਾਂ ਤੁਸੀਂ ਬੱਚੇ ਧਿਆਨ ਦੇ ਨਾਲ ਦੇਖੋ, ਅੱਖਰ ਡੱਡਾ ਦੀ ਬਣਤਰ ਆ ਜਿਹੜੀ ਉਹ ਅਸੀਂ ਕਿਸ ਤਰ੍ਹਾਂ ਬਣਾਉਣੀ ਆ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਅਸੀਂ ਕੀ ਕਰਨਾ ਆ, ਉੱਪਰਲੀ ਰੇਖਾ ਦੇ ਬਿਲਕੁਲ ਉੱਤੇ ਜਿੰਨੀ ਅਸੀਂ ਅੱਖਰ ਦੀ ਚੌੜਾਈ ਰੱਖਣੀ ਆ ਉਸ ਹਿਸਾਬ ਦੇ ਨਾਲ ਆਪਾਂ ਸਿੱਧੀ ਰੇਖਾ ਜਿਹੜੀ ਆ ਉਹ ਖਿੱਚ ਲੈਣੀ ਆ। ਉਹਦੇ ਤੋਂ ਬਾਅਦ ਚ ਬੇਟਾ ਇਸ ਬਿੰਦੂ ਤੋਂ ਥੋੜਾ ਜਿਹਾ ਅੰਦਰਲੇ ਪਾਸਿਓਂ ਅਸੀਂ ਇੱਥੋਂ ਸ਼ੁਰੂ ਕਰਦੇ ਹੋਏ ਇੱਥੇ ਆ ਗਏ ਬੱਚੇ। ਇਹ ਧਿਆਨ ਰੱਖਣਾ ਵੀ ਆਹ ਸੈਂਟਰ ਲਾਈਨ ਤੋਂ ਥੋੜਾ ਜਿਹਾ ਉੱਪਰ ਛੋਟਾ ਹੁੰਦਾ ਕਿਉਂਕਿ ਡੱਡੇ ਦੇ ਹੇਠਲੇ ਪਾਸੇ ਜਿਹੜੀ ਆ 0 ਉਹ ਵੱਡੀ ਬਣਦੀ ਆ। ਫਿਰ ਅਸੀਂ ਇਸ ਬਿੰਦੂ ਤੋਂ ਸੇਮ ਟਰੈਕ ਤੇ ਵਾਪਸ ਚੱਲਦੇ ਹੋਏ ਇੱਥੋਂ ਜੋ ਟਰੈਕ ਫੇਰ ਬਦਲਦੇ ਹੋਏ ਇਸ ਅੱਖਰ ਦੇ ਵਿੱਚ ਬੇਟਾ ਗੋਲਾਈ ਦਾ ਹੀ ਵਿਸ਼ੇਸ਼ ਧਿਆਨ ਰੱਖਣਾ। ਇੱਥੋਂ ਥੱਲੇ ਆ ਗਏ, ਥੱਲੇ ਆ ਕੇ ਇੱਥੋਂ ਗੋਲਾਈ ਦਿੰਦੇ ਹੋਏ ਇਸ ਗੋਲਾਈ ਨੂੰ ਇਸ ਬਿੰਦੂ ਦੇ ਉੱਤੇ ਜਾ ਕੇ ਅਸੀਂ ਬੰਦ ਕਰਨਾ ਆ। ਬਸ ਬੇਟਾ ਆਹ ਗੋਲਾਈ ਤੇ ਆਹ ਗੋਲਾਈ ਇੱਕੋ ਸੇਧ ਦੇ ਵਿੱਚ ਹੁੰਦੀਆਂ, ਆਹ ਪੁਆਇੰਟ ਤੇ ਆਹ ਪੁਆਇੰਟ ਇੱਕੋ ਸੇਧ ਦੇ ਵਿੱਚ ਹੁੰਦੇ ਆ।
ਫਿਰ ਧਿਆਨ ਨਾਲ ਬੱਚੇ ਦੇਖ ਲਓ ਤੁਸੀਂ ਅੱਖਰ ਡੱਡਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਵਾਂਗੇ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਅਸੀਂ ਆ ਜਿੰਨੀ ਅੰਦਾਜ਼ੇ ਨਾਲ ਅੱਖਰ ਦੀ ਚੌੜਾਈ ਲੈਣੀ ਆਹ ਰੇਖਾ ਲਾ ਲਈ। ਉਹਦੇ ਤੋਂ ਬਾਅਦ ਦੇ ਵਿੱਚ ਇੱਥੋਂ ਗੋਲਾਈ ਦਿੰਦੇ ਹੋਏ ਇਸ ਪੁਆਇੰਟ ਦੇ ਉੱਤੇ, ਇੱਥੋਂ ਫਿਰ ਸੇਮ ਟਰੈਕ ਤੇ ਵਾਪਸ ਔਰ ਇੱਥੋਂ ਗੋਲਾਈ ਦਿੰਦੇ ਹੋਏ ਥੱਲੇ, ਇੱਥੋਂ ਦੀ ਘੁੰਮ ਕੇ ਇਹਦੀ ਜ਼ੀਰੋ ਆ ਜਿਹੜੀ ਉਹ ਵੱਡੀ ਬਣਦੀ ਆ ਔਰ ਪਿੱਛੇ ਜਾ ਕੇ ਟੱਚ ਕਰਾਉਣੀ ਆ। ਇਹ ਧਿਆਨ ਰੱਖਣਾ ਬੱਚੇ, ਇਹਨੂੰ ਇੱਥੋਂ ਨਹੀਂ ਮੋੜ ਦੇਣਾ, ਠੀਕ ਹੈ। ਪਿੱਛੇ ਆ ਕੇ ਡੱਡੇ ਦੀ ਜ਼ੀਰੋ ਜਿਹੜੀ ਉਹ ਵੱਡੀ ਬਣਦੀ ਹੁੰਦੀ ਆ। ਸੋ ਇਹ ਹਾਂ ਬੇਟਾ ਅੱਖਰ ਡੱਡਾ ਦੀ ਬਣਤਰ। ਤੇ ਤੁਸੀਂ ਇਹ ਵਰਕਸ਼ੀਟਾਂ ਦੇ ਉੱਤੇ ਆਪਣੀਆਂ ਦੇ ਉੱਤੇ ਜਾਂ ਕਾਪੀਆਂ ਦੇ ਉੱਤੇ ਪੈਨਸਲ ਦੇ ਨਾਲ ਡੱਡਾ ਅੱਖਰ ਦਾ ਜਿਹੜਾ ਅਭਿਆਸ ਕਰਨਾ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।